ਸਤਨਾਮ ਵਾਹਿਗੁਰੂ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਜੀ। ਜਿਉ ਪੁਰਖੈ ਘਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ। ਬਹੁ ਰਸ ਸਾਲਣੇ ਸਵਾਰ ਦੀ, ਖਟ ਰਸ ਮੀਠੇ ਪਾਏ। ਤਿਉ ਬਾਣੀ ਭਗਤ ਸਲਾਹੁੰਦੇ, ਹਰਿ ਨਾਮੈ ਚਿਤ ਲਾਏ। ਤਿਉ ਬਾਣੀ ਭਗਤ ਸਲਾਹੁੰਦੇ, ਹਰਿ ਨਾਮੈ ਚਿਤ ਲਾਏ। ਮਨ ਤਨ ਆਗੈ ਰਾਖਿਆ, ਸਿਰ ਵਿੱਚ ਆ ਗੁਰ ਆਗੈ ਜਾਏ। ਸਿਰ ਵਿੱਚ ਆ ਗੁਰ ਆਗੈ ਜਾਏ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਭਾਤ ਵੇਲੇ ਦੀ ਸਜੀ ਸਾਧ ਸੰਗਤ ਦੇ ਅੰਦਰ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਗੁਰੂ ਦਰਬਾਰ ਦੇ ਅੰਦਰ ਜੁੜ ਬੈਠੇ ਗੁਰੂ ਖਾਲਸਾ ਜੀ, ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਹਿਲੀ ਬੀੜ, ਜਿਸ ਨੂੰ ਅਸੀਂ ਆਦਿ ਬੀੜ ਆਖਦੇ ਹਾਂ, ਜਿਸ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਰਹਿਨੁਮਾਈ ਦੇ ਹੇਠ
ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਅਤੇ ਹੋਰ ਮਹਾਨ ਕਰਨੀ ਵਾਲੇ ਗੁਰਸਿੱਖਾਂ ਨੇ ਬੜੀ ਮਿਹਨਤ, ਬੜੀ ਮੁਸ਼ੱਕਤ ਅਤੇ ਘਾਲਣਾ ਦੇ ਨਾਲ ਤਿਆਰ ਕੀਤਾ ਅਤੇ ਉਸ ਦਾ ਪ੍ਰਕਾਸ਼ ਕੀਤਾ, ਜਿਸ ਦੇ ਅਧੀਨ ਸਿੱਖ ਪੰਥ ਨੇ ਉਹ ਮਹਾਨ ਮੱਲਾਂ ਮਾਰੀਆਂ, ਜੀਵਨ ਦੇ ਉੱਚ ਮਿਆਰਾਂ ਨੂੰ ਛੂਹਿਆ। ਉਸ ਪਵਿੱਤਰ ਦਿਹਾੜੇ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ 3 ਦਿਨ ਇਸ ਸੰਦਰਭ ਦੇ ਵਿੱਚ ਚੰਦ ਕੁ ਗੱਲਾਂ ਸਤਿਗੁਰੂ ਦੀ ਬਾਣੀ ਅਤੇ ਇਤਿਹਾਸ ਵਿੱਚੋਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਵਿਚਾਰ ਆਰੰਭ ਕਰਦੇ ਹਾਂ। ਇੱਕ ਵਾਰ ਪਿਆਰ ਸਹਿਤ ਕਹਿਣਾ, ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਲਫ਼ਜ਼ ਬਾਣੀ, ਇਸ ਦੀ ਬੜੀ ਭਰਮਾਰ ਹੈ। ਲਗਭਗ 400 ਦੇ ਵਰੀ ਇਹ ਸ਼ਬਦ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਆਇਆ ਹੈ। ਇਸ ਲਫ਼ਜ਼ ਦੀ ਬਹੁਤੀ ਵਰਤੋਂ ਗੁਰੂ ਸਾਹਿਬਾਨ ਦੇ ਵੱਲੋਂ ਆਪਣੀ ਪਵਿੱਤਰ ਬਾਣੀ ਦੇ ਵਿੱਚ ਕੀਤੀ ਗਈ, ਪਰ ਇਸ ਲਫ਼ਜ਼ ਦੇ ਅਰਥ ਇੱਕ ਨਹੀਂ ਹਨ। ਮੈਂ ਗੱਲ ਇੱਥੋਂ ਸ਼ੁਰੂ ਕਰਾਂਗਾ। ਅੱਜ ਅਸੀਂ ਮੁੱਢਲੀ ਵਿਚਾਰ ਇਹ ਸਮਝਾਂਗੇ, ਜਿਸ ਬਾਣੀ ਨੂੰ ਗੁਰੂ ਮਹਾਰਾਜ ਨੇ ਇਕੱਠਾ ਕੀਤਾ, ਜਿਹਨੂੰ ਅਸੀਂ ਬਾਣੀ ਕਹਿੰਦੇ ਹਾਂ, ਜਿਹਦੇ ਬਾਰੇ ਲਫ਼ਜ਼ ਗੁਰਬਾਣੀ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬਾਣੀ ਹੈ। ਪਹਿਲਾਂ ਅਸੀਂ ਇਹ ਫੈਸਲਾ ਕਰ ਲਈਏ, ਇਹ ਨਿਰਣਾ ਕਰ ਲਈਏ ਕਿ ਗੁਰਬਾਣੀ ਵਿੱਚ ਆਇਆ ਹੋਇਆ ਬਾਣੀ ਲਫ਼ਜ਼ ਕਿ ਉਹਦਾ ਅਰਥ ਜੋ ਸਾਡੇ ਜੇਨ ਵਿੱਚ ਚੱਲ ਰਿਹਾ ਹੈ ਕੇਵਲ ਉਹ ਇੱਕ ਹੀ ਹੈ। ਅਸੀਂ ਜਦੋਂ ਵੀ ਇਹ ਲਫ਼ਜ਼ ਬੋਲਦੇ ਹਾਂ ਬਾਣੀ, ਤਾਂ ਸਾਡੀ ਸੁਰਤ ਉਸੇ ਵੇਲੇ ਲਿਖੀਆਂ ਹੋਈਆਂ ਪਵਿੱਤਰ ਸਤਰਾਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਹਨ ਉਹਦੇ ਵੱਲ ਚਲੀਆਂ ਜਾਂਦੀਆਂ ਨੇ। ਭਾਵ ਜਿਹਨੂੰ ਅਸੀਂ ਸ਼ਬਦ ਕਹਿੰਦੇ, ਅਸੀਂ ਇਹੀ ਸਮਝਦੇ ਹਾਂ ਕਿ ਬਾਣੀ ਦਾ ਭਾਵ ਉਹ ਲਿਖੇ ਹੋਏ ਸ਼ਬਦ ਨੇ, ਪਰ ਨਹੀਂ। ਜਦੋਂ ਅਸੀਂ ਨੇਚਾ ਦੇ ਨਾਲ ਜਾਂ ਟਿਕਾ ਦੇ ਨਾਲ ਪਵਿੱਤਰ ਬਾਣੀ ਨੂੰ ਪੜ੍ਹਾਂਗੇ ਤੇ ਗੁਰਬਾਣੀ ਦੇ ਵਿੱਚੋਂ ਇਸ ਲਫ਼ਜ਼ ਬਾਣੀ ਦੇ ਤੁਹਾਨੂੰ ਅਨੇਕ ਭਾਵ ਮਿਲ ਜਾਣਗੇ। ਭਾਈ ਕਾਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ ਵਿੱਚ ਬਾਣੀ ਲਫ਼ਜ਼ ਦੇ 10 ਅਰਥ ਕੀਤੇ ਹਨ। ਭਾਈ ਵੀਰ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਕੋਸ਼ ਤਿਆਰ ਕੀਤਾ ਸੀ, ਜਿਸ ਨੂੰ ਆਖਦੇ ਹਨ ਗੁਰੂ ਗ੍ਰੰਥ ਕੋਸ਼। ਉਹਨਾਂ ਨੇ ਵੀ ਇਸ ਦੇ 10 ਅਰਥ ਕੀਤੇ ਹਨ। ਉਹਨਾਂ ਤੋਂ ਬਾਅਦ ਇੱਕ ਕੋਸ਼ ਹੋਰ ਤਿਆਰ ਹੋਇਆ, ਉਹਦਾ ਨਾਮ ਵੀ ਸ਼੍ਰੀ ਗੁਰੂ ਗ੍ਰੰਥ ਕੋਸ਼ ਹੈ, ਡਾਕਟਰ ਗੁਰਚਰਨ ਸਿੰਘ ਦਾ। ਉਹਨਾਂ ਨੇ 12 ਅਰਥ ਕੀਤੇ ਹਨ। ਭਾਵ ਇਹ 3 ਵਿਦਵਾਨ ਸਿਖਰਲੇ ਹਨ ਸਿੱਖ ਪੰਥ ਦੇ ਵਿੱਚ, ਜਿਨ੍ਹਾਂ ਨੇ ਇਸ ਲਫ਼ਜ਼ ਨੂੰ 10 ਦੇ ਵਿੱਚ ਜਾਂ 12 ਦੇ ਵਿੱਚ ਬਾਣੀ ਦੇ ਵਿੱਚ ਵਰਤਿਆ ਹੋਇਆ ਮਹਿਸੂਸ ਕੀਤਾ ਹੈ, ਸਮਝਿਆ। ਤੇ ਜਦੋਂ ਇਹਨਾਂ ਸਭ ਨੂੰ ਪੜ੍ਹਿਆ, ਬਾਣੀ ਨੂੰ ਪੜ੍ਹਿਆ, ਮਹਿਸੂਸ ਕੀਤਾ, ਤਾਂ ਮੈਨੂੰ ਇਉਂ ਮਹਿਸੂਸ ਹੋਇਆ ਕਿ 4 ਕੁ ਅਰਥ ਤੇ ਆਪਸ 'ਚ ਮਿਲਦੇ ਹੀ ਨੇ, ਉਹਨਾਂ 'ਚ ਕੋਈ ਬਹੁਤਾ ਫਰਕ ਨਹੀਂ। ਉਹਨਾਂ ਵਿੱਚੋਂ ਮੈਂ 6 ਅਰਥ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਹਾਂ। ਪਹਿਲੇ 6 ਅਰਥ ਜਿਨ੍ਹਾਂ ਦੇ ਬਾਰੇ ਬਾਣੀ ਲਫ਼ਜ਼ ਬਾਣੀ ਦੇ ਵਿੱਚ ਆਇਆ ਹੈ। ਸਭ ਤੋਂ ਪਹਿਲਾ ਬਾਣੀ
ਲਫ਼ਜ਼ ਦਾ ਅਰਥ ਬੋਲੀ ਹੈ, ਜੋ ਅਸੀਂ ਬੋਲਦੇ ਹਾਂ। ਜਿਵੇਂ ਅਸੀਂ ਕਹਿ ਦਿੰਦੇ ਹਾਂ ਪੰਜਾਬ ਦੀ ਬੋਲੀ, ਗੁਜਰਾਤ ਦੀ ਬੋਲੀ, ਹਰਿਆਣੇ ਦੀ ਬੋਲੀ, ਜਾਂ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਦੀ ਬੋਲੀ। ਆਪ ਜੀ ਜਪਜੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹੋ, ਉੱਥੇ ਲਿਖਿਆ ਗਿਆ ਕੇਤੀਆਂ ਖਾਣੀ ਕੇਤੀਆਂ ਬਾਣੀ। ਇੱਥੇ ਬਾਣੀ ਦਾ ਭਾਵ ਹੈ ਬੋਲੀ, ਕਿ ਇਸ ਕੁਦਰਤ ਦੇ ਵਿੱਚ ਖਾਣੀਆਂ ਵੀ ਬੜੀਆਂ ਨੇ। ਖਾਣੀਆਂ ਕਹਿੰਦੇ ਨੇ ਪੈਦਾਇਸ਼ ਦੇ ਢੰਗ। ਗੁਰਬਾਣੀ ਦੇ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਪੈਦਾਇਸ਼ ਦੇ 4 ਹੀ ਢੰਗ ਮੰਨੇ ਗਏ ਸਨ, ਅੰਡਜ, ਜੇਰਜ, ਸੇਤਜ ਤੇ ਉਤਪੁਜ। ਭਾਵ ਲੋਕ ਇਹ ਮੰਨਦੇ ਸਨ ਕਿ 4 ਹੀ ਤਰੀਕਿਆਂ ਦੇ ਨਾਲ ਕੁਦਰਤ ਵਿੱਚ ਜੀ ਪੈਦਾ ਹੋ ਰਹੇ ਨੇ। ਪਰ ਜਦੋਂ ਸਤਿਗੁਰੂ ਜੀ ਆਏ, ਉਹ ਕਹਿਣ ਲੱਗੇ ਨਹੀਂ, ਕੁਦਰਤ ਵਿੱਚ ਜੋ ਚੀਜ਼ਾਂ ਪੈਦਾ ਹੋ ਰਹੀਆਂ ਨੇ ਇਹ ਪਤਾ ਨਹੀਂ ਕਿੰਨੇ ਕੁ ਤਰੀਕਿਆਂ ਨਾਲ ਪੈਦਾ ਹੋ ਰਹੀਆਂ। ਉਹਨਾਂ ਨੇ ਲਫ਼ਜ਼ ਵਰਤਿਆ ਕੇਤੀਆਂ ਖਾਣੀ। ਕਿੰਨੇ ਹੀ ਢੰਗ ਹਨ ਕੁਦਰਤ ਦੇ ਵਿੱਚ ਜੀਆਂ ਦੇ ਪੈਦਾ ਹੋਣ ਦੇ। ਕੇਤੀਆਂ ਬਾਣੀ, ਇਸ ਕੁਦਰਤ ਵਿੱਚ ਕਿੰਨੀਆਂ ਹੀ ਬੋਲੀਆਂ ਨੇ, ਇਹਦਾ ਕਿਸੇ ਨੂੰ ਪਤਾ ਨਹੀਂ। ਸੋ ਬਾਣੀ ਦਾ ਅਰਥ ਬੋਲੀ ਵੀ ਹੈ। ਇੱਕ ਥਾਂ ਤੇ ਇੱਕ ਲਫ਼ਜ਼ ਹੋਰ ਆਉਂਦਾ ਹੈ, ਸਤਿਗੁਰੂ ਜੀ ਪਰਮੇਸ਼ਰ ਦੇ ਬਾਰੇ ਕਹਿੰਦੇ ਨੇ। ਉਹ ਸ਼ਬਦ ਦੇ ਵਿੱਚ ਉਹ ਪਰਮੇਸ਼ਰ ਦੇ ਬਾਰੇ ਦੱਸਦੇ ਹੋਇਆ ਲਫ਼ਜ਼ ਵਰਤਦੇ ਨੇ, ਕਹਿੰਦੇ ਤੇਰੀ ਜਿਹੜੀ ਬੋਲੀ ਹੈ ਉਹ ਬੜੀ ਮਧੁਰਾੜੀ ਹੈ। ਤੇਰੀ ਬੋਲੀ ਜਿਹੜੀ ਆ ਉਹ ਬੜੇ ਪਿਆਰ ਵਾਲੀ ਹੈ। ਤੇਰੀ ਬੋਲੀ ਜਿਹੜੀ ਹੈ ਮਧੁਰਾੜੀ ਬਾਣੀ। ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ਹੇ ਵਾਹਿਗੁਰੂ, ਤੇਰੀ ਜਿਹੜੀ ਬਾਣੀ ਹੈ, ਤੇਰੀ ਜਿਹੜੀ ਬੋਲੀ ਹੈ ਉਹ ਬੜੀ ਮਧੁਰ ਹੈ। ਸੋ ਬਾਣੀ ਦਾ ਪਹਿਲਾ ਅਰਥ ਹੈ, ਬਾਣੀ ਲਫ਼ਜ਼ ਦਾ ਪਹਿਲਾ ਅਰਥ ਹੈ ਬੋਲੀ, ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵਰਤਿਆ ਗਿਆ। ਬਾਣੀ ਲਫ਼ਜ਼ ਦਾ ਦੂਸਰਾ ਅਰਥ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਵਰਤਿਆ ਗਿਆ, ਕੋਈ ਰਚਨਾ। ਕੋਈ ਵੀ ਉਹ ਰਚਨਾ ਜੋ ਸਾਨੂੰ ਪਰਮੇਸ਼ਰ ਦੇ ਨਾਮ ਨਾਲ ਜੋੜੇ, ਉਸ ਨੂੰ ਵੀ ਸਤਿਗੁਰ ਨੇ ਬਾਣੀ ਆਖਿਆ। ਗੁਰਦੇਵ ਕਹਿੰਦੇ ਸਫਲ ਸੋ ਬਾਣੀ ਜਿਤ ਨਾਮ ਵਖਾਣੀ। ਉਹ ਬਾਣੀ, ਉਹ ਰਚਨਾ, ਉਹ ਕਾਵ ਰਚਨਾ ਸਫਲ ਹੈ ਜਿਸ ਕਾਵ ਰਚਨਾ ਦੇ ਵਿੱਚ ਕੋਈ ਪਰਮੇਸ਼ਰ ਦੇ ਨਾਮ ਦੀ ਗੱਲ ਕਹਿ ਰਿਹਾ। ਭਾਵ ਕੁਝ ਕਾਵ ਰਚਨਾਵਾਂ ਨੂੰ ਵੀ ਸਤਿਗੁਰ ਨੇ ਪਵਿੱਤਰ ਬਾਣੀ ਦੇ ਵਿੱਚ ਲਫ਼ਜ਼ ਬਾਣੀ ਦੇ ਨਾਲ ਸੰਬੋਧਨ ਕੀਤਾ ਹੈ। ਸਫਲ ਸੋ ਬਾਣੀ ਜਿਤ ਨਾਮ ਵਖਾਣੀ। ਇਹਦੇ ਬਾਰੇ ਇੱਕ ਲਫ਼ਜ਼, ਇੱਕ ਪੰਕਤੀ ਹੋਰ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। 68 ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ। 68 ਦਾ ਮਤਲਬ ਹੁੰਦਾ ਹੈ 68। 68 ਤੀਰਥ ਹਿੰਦੂ ਵੀਰਾਂ ਦੇ, ਹਿੰਦੂ ਭਰਾਵਾਂ ਦੇ, ਸਨਾਤਨ ਮਤ ਦੇ 68 ਤੀਰਥ ਨੇ। ਉਹਨਾਂ 68 ਤੀਰਥਾਂ ਤੇ ਕੋਈ ਤੀਰਥ ਕਿਸੇ ਦੇਵੀ ਦੇਵਤੇ ਨਾਲ ਸੰਬੰਧ ਹੈ, ਕੋਈ ਤੀਰਥ ਕਿਸੇ ਦੇਵੀ ਦੇਵਤੇ ਨਾਲ ਸੰਬੰਧ ਹੈ। ਗੁਰਦੇਵ ਕਹਿੰਦੇ 68 ਤੀਰਥ ਦੇਵੀ ਥਾਪੇ। ਦੇਵੀ ਦੇਵਤਿਆਂ ਨੂੰ ਸੰਬੋਧਨ ਹੋ ਕੇ 68 ਤੀਰਥ ਜਿਹੜੇ ਹਨ ਉਹ ਬਣੇ ਹੋਏ। ਤੇ ਉਥੇ ਕੀ ਹੈ, ਖਾਸ ਦਿਨਾਂ ਤੇ ਪੁਰਬ ਲੱਗਦੇ ਨੇ। ਪੁਰਬੀ ਦਾ ਭਾਵ ਹੈ ਪੁਰਬ ਲੱਗਦੇ ਨੇ, ਮੇਲੇ ਲੱਗਦੇ ਨੇ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਸਾਖੀ ਪੜ੍ਹਦੇ ਹਾਂ ਤਾਂ ਉਹਦੇ 'ਚ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਸਨਾਤਨੀ ਤੀਰਥਾਂ ਤੇ ਉਸ ਵਕਤ ਜਾਂਦੇ ਨੇ ਜਦੋਂ ਉੱਥੇ ਪੁਰਬ ਲੱਗਦੇ ਨੇ, ਮੇਲੇ ਲੱਗਦੇ ਨੇ। ਜਿਵੇਂ ਉਹ ਕੁਰਸ਼ੇਤਰ ਜਾਂਦੇ ਨੇ, ਕੁਰਸ਼ੇਤਰ ਤੀਰਥ ਹੈ, ਉੱਥੇ ਸੂਰਜ ਗ੍ਰਹਿਣ ਦਾ ਮੇਲਾ ਲੱਗਦਾ ਤੇ ਉਹ ਸੂਰਜ ਗ੍ਰਹਿਣ ਦੇ ਮੇਲੇ ਤੇ ਉਸ ਪੁਰਬ ਤੇ ਜਾਂਦੇ। ਕੁਰਸ਼ੇਤਰ ਦੇ ਲਾਗੇ ਪਹੋਵਾ ਹੈ, ਉੱਥੇ ਮੇਲਾ ਲੱਗਦਾ ਹੈ। ਇਹ ਤੀਰਥ ਹੈ ਸਰਸਵਤੀ ਦਾ, ਉੱਥੇ ਉਸ ਵਕਤ ਜਾਂਦੇ ਨੇ ਜਦੋਂ ਅੱਸੂ ਦੇ ਮਹੀਨੇ ਵਿੱਚ ਉੱਥੇ ਮੇਲਾ ਲੱਗਦਾ ਹੈ। ਇਵੇਂ ਹੀ ਹਰਿਦੁਆਰ ਵਿੱਚ ਮੇਲਾ ਲੱਗਦਾ ਹੈ, ਜਦੋਂ ਉੱਥੇ ਪੁਰਬ ਹੁੰਦਾ ਹੈ ਤਾਂ ਗੁਰੂ ਨਾਨਕ ਸਾਹਿਬ ਉੱਥੇ ਪਹੁੰਚਦੇ ਨੇ। ਖੈਰ, ਮੈਂ ਜ਼ਿਕਰ ਕਰ ਰਿਹਾ ਸਾਂ, ਗੁਰਦੇਵ ਕਹਿੰਦੇ 68 ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ। ਜਦੋਂ ਉੱਥੇ ਪੁਰਬ ਲੱਗਦੇ ਨੇ,
ਮੇਲੇ ਲੱਗਦੇ ਨੇ ਤੇ ਮੇਲਿਆਂ 'ਚ ਕੀ ਹੁੰਦਾ ਹੈ? ਇਕੱਠ ਹੁੰਦਾ ਹੈ। ਇਕੱਠਾਂ ਦੇ ਵਿੱਚ ਕੌਣ ਨੇ? ਗਵਈਏ ਆਉਂਦੇ ਨੇ, ਉੱਥੇ ਭੱਟ ਆਉਂਦੇ ਨੇ, ਉੱਥੇ ਕਲਾਕਾਰ ਆਉਂਦੇ ਨੇ ਤੇ ਕਲਾਕਾਰ ਆ ਕੇ ਜੋ ਉੱਥੇ ਕਵਿਤਾਵਾਂ ਪੜ੍ਹਦੇ ਨੇ, ਜੋ ਉੱਥੇ ਕਵਿਤਾਵਾਂ ਪੜ੍ਹੀਆਂ ਜਾਂਦੀਆਂ ਨੇ, ਜੋ ਉੱਥੇ ਮੁਸ਼ਾਹਰੇ ਹੁੰਦੇ ਨੇ, ਉਹਨਾਂ ਸਾਰਿਆਂ ਵਿੱਚ ਜੋ ਪੜ੍ਹਿਆ ਜਾਂਦਾ ਹੈ ਉਹਦੇ ਵਾਸਤੇ ਵੀ ਗੁਰਦੇਵ ਨੇ ਲਫ਼ਜ਼ ਬਾਣੀ ਵਰਤਿਆ। ਕਹਿੰਦੇ ਉੱਥੇ ਜਿਹੜੇ ਇਕੱਠ ਹੋਏ, ਤੁਸੀਂ ਵੇਖੋ ਜਦੋਂ ਹਿੰਦੂ ਤੀਰਥਾਂ ਤੇ ਇਕੱਠ ਹੁੰਦੇ ਨੇ ਤੇ ਉਹ ਵੀ ਸਾਡੇ ਵਾਂਗੂ ਕੁਝ ਨਾ ਕੁਝ ਐਸਾ ਪ੍ਰੋਗਰਾਮ ਕਰਦੇ ਨੇ। ਉਹ ਭਜਨ ਪੜ੍ਹਦੇ ਨੇ, ਸ਼ਬਦ ਪੜ੍ਹਦੇ ਨੇ, ਕੁਝ ਵੀ ਪੜ੍ਹਦੇ ਨੇ। ਗੁਰਦੇਵ ਨੇ ਉਹਦੇ ਵਾਸਤੇ ਵੀ ਲਫ਼ਜ਼ ਬਾਣੀ ਵਰਤੇ। ਤੋ ਫਿਰ ਸਮਝਣਾ, ਪਹਿਲਾ ਅਰਥ ਬਾਣੀ ਲਫ਼ਜ਼ ਦਾ ਹੈ ਜੋ ਮੈਂ ਸਾਂਝਾ ਕੀਤਾ, ਬੋਲੀ। ਦੂਜਾ ਅਰਥ ਬਾਣੀ ਲਫ਼ਜ਼ ਦਾ ਹੈ ਪਦ ਰਚਨਾ। ਕੋਈ ਵੀ ਪਦ ਰਚਨਾ ਕਿਸੇ ਕਵੀ ਨੇ ਕੀਤੀ ਹੋਵੇ, ਉਹਦੇ ਵਾਸਤੇ ਦੋ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਨੇ। ਪਹਿਲੀ ਹੈ ਸਫਲ ਸੋ ਬਾਣੀ ਜਿਤ ਨਾਮ ਵਖਾਣੀ, ਜਾਂ ਦੂਜੀ ਪੰਕਤੀ ਹੈ 68 ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ। ਤੀਜਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਣੀ ਲਫ਼ਜ਼ ਦਾ ਹੈ ਤੀਰ, ਜੋ ਕਮਾਨ ਦੇ ਵਿੱਚ ਪਾ ਕੇ ਛੱਡਿਆ ਜਾਂਦਾ ਹੈ। ਸੰਸਕ੍ਰਿਤ ਭਾਸ਼ਾ ਦਾ ਇੱਕ ਸ਼ਬਦ ਹੈ ਵਾਣ। ਜਦੋਂ ਉਹ ਪਰਿਵਰਤਿਤ ਹੋ ਕੇ ਤਤਸਮ ਹੋ ਕੇ ਪੰਜਾਬੀ ਭਾਸ਼ਾ 'ਚ ਆਉਂਦਾ ਹੈ ਤੇ ਉਹ ਬਾਣੀ ਬਣ ਜਾਂਦਾ ਹੈ। ਵਾਣ ਤੋਂ ਇੱਥੇ ਆ ਕੇ ਉਹ ਬਾਣੀ ਬਣ ਜਾਂਦਾ ਹੈ। ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ੰਤ ਪੜ੍ਹਦੇ ਹੋ, ਆਸਾ ਕੀ ਵਾਰ ਸੁਣਦੇ ਆ, ਉੱਥੇ ਲਫ਼ਜ਼ ਆਉਂਦਾ ਹੈ ਹਰ ਪ੍ਰੇਮ ਬਾਣੀ। ਇੱਥੇ ਬਾਣੀ ਦਾ ਅਰਥ ਬਾਣੀ ਨਹੀਂ, ਕੋਈ ਪਦ ਰਚਨਾ ਨਹੀਂ, ਕੋਈ ਬੋਲੀ ਨਹੀਂ। ਇੱਥੇ ਬਾਣੀ ਦਾ ਮਤਲਬ ਹੈ ਬਾਣ। ਤੇ ਕਿਹੜਾ ਬਾਣ? ਅੱਗੇ ਜਾ ਕੇ ਗੁਰਦੇਵ ਜ਼ਿਕਰ ਕਰਦੇ, ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ। ਅਣਿਆਲੇ ਅਣੀਆਂ ਕਹਿੰਦੇ ਨੇ ਤੀਰ ਦੀ ਇੱਕ ਵੈਰਾਈਟੀ। ਜਿਵੇਂ ਗੋਲੀਆਂ ਦੀ, ਪਿਸਟਲਾਂ ਦੇ ਵਿੱਚ, ਬੰਦੂਕ ਦੇ ਵਿੱਚ ਪੈਣ ਵਾਲੀਆਂ ਗੋਲੀਆਂ ਦੀ ਵੈਰਾਈਟੀ ਹੁੰਦੀ ਹੈ ਕਿ ਕਿਸ ਬੰਦੂਕ ਵਿੱਚ ਕਿਹੜੀ ਗੋਲੀ ਪਏਗੀ। ਐਵੇਂ ਤੀਰਾਂ ਦੇ ਵਿੱਚ ਵੀ ਵੈਰਾਈਟੀਆਂ ਹੁੰਦੀਆਂ, ਵਿਭਿੰਨਤਾਵਾਂ ਹੁੰਦੀਆਂ ਨੇ। ਇੱਕ ਖਾਸ ਤਰ੍ਹਾਂ ਦਾ ਤੀਰ ਹੁੰਦਾ ਹੈ ਜਿਹਨੂੰ ਅਣਿਆਲਾ ਤੀਰ ਕਹਿੰਦੇ, ਨੁਕੀਲਾ, ਜਿਹਦੇ ਅੱਗੇ ਚੁੰਝ ਬਣੀ ਹੁੰਦੀ ਹੈ ਕਰੋਸ਼ੀਏ ਦੇ ਵਰਗੀ। ਜਿਵੇਂ ਬੀਬੀਆਂ ਕਰੋਸ਼ੀਏ ਦੇ ਨਾਲ ਕੱਪੜੇ ਨੂੰ, ਕਿਸੇ ਚੀਜ਼ ਨੂੰ ਸਿਉਂਦੀਆਂ ਨੇ ਤੇ ਉਹਦੇ ਅੱਗੇ ਇੱਕ ਚੁੰਝ ਬਣੀ ਹੈ, ਉਵੇਂ ਦੀ ਉਹਦੇ ਅੱਗੇ ਚੁੰਝ ਬਣੀ ਹੁੰਦੀ ਹੈ। ਤੇ ਜਦੋਂ ਉਹ ਲੱਗਦਾ ਸ਼ਿਕਾਰੀ ਦੇ, ਭਾਵ ਜਿਹਨੂੰ ਉਹ ਲੱਗਦਾ ਹੈ, ਉਹਦੇ ਵਿੱਚ ਉਹ ਇੰਨਾ ਕੁ ਖੁੱਭ ਜਾਂਦਾ ਹੈ ਕਿ ਉਹ ਨਿਕਲਦਾ ਨਹੀਂ, ਅਗਲੇ ਨੂੰ ਮਾਰ ਦਿੰਦਾ ਹੈ। ਸੋ ਬਾਣੀ ਲਫ਼ਜ਼ ਦਾ ਅਗਲਾ ਅਰਥ ਜਿਹੜਾ, ਤੀਜਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੀਰ ਹੈ। ਗੁਰਦੇਵ ਤੀਰ ਨੂੰ ਵੀ ਬਾਣੀ ਵਿੱਚ ਬਾਣੀ ਕਹਿੰਦੇ। ਹਰ ਪ੍ਰੇਮ ਬਾਣੀ ਮਨ ਮਾਰਿਆ। ਗੁਰੂ ਨੇ ਪ੍ਰੇਮ ਦੀ ਬਾਣੀ ਦਾ ਤੀਰ ਮੇਰੇ ਮਨ 'ਚ ਮਾਰਿਆ। ਕਿਹੜਾ? ਅਣਿਆਲਾ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ। ਇਹ ਤੀਜਾ ਅਰਥ ਹੈ। ਚੌਥਾ ਅਰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੇ ਵਿੱਚ ਹੈ ਜੋਗੀਆਂ ਦੇ ਨਾਲ ਸੰਬੰਧਿਤ। ਜੋਗੀ ਇਸ ਲਫ਼ਜ਼ ਨੂੰ ਨਾਦ ਕਹਿੰਦੇ ਸਨ। ਗੁਰੂ ਸਾਹਿਬ ਨੇ ਇਸ ਨੂੰ ਬਾਣੀ ਆਖਿਆ। ਜੋਗੀਆਂ ਵਿੱਚ 4 ਬਾਣੀਆਂ ਮੰਨੀਆਂ ਗਈਆਂ। ਜਿਹੜੇ ਜੋਗੀ ਲੋਕ ਸਨ, ਜੋਗ ਮਤ ਵਾਲੇ, ਉਹ 4 ਬਾਣੀਆਂ ਮੰਨਦੇ ਸਨ। ਪਹਿਲੀ ਬਾਣੀ ਨੂੰ ਉਹ ਕਹਿੰਦੇ ਸੀ ਪਰਾ, ਦੂਜੀ ਨੂੰ ਉਹ ਕਹਿੰਦੇ ਸੀ ਬਸੰਤੀ, ਤੀਜੀ ਨੂੰ ਕਹਿੰਦੇ ਸੀ ਮੱਧਮ, ਤੇ ਚੌਥੀ ਨੂੰ ਕਹਿੰਦੇ ਸੀ ਬੈਖਰੀ। ਭਾਵ ਇਹ ਜਿਹੜਾ ਸਾਡਾ ਸਰੀਰ ਹੈ, ਉਹਨਾਂ ਦਾ ਮੰਨਣਾ ਸੀ ਕਿ ਇਸ ਸਰੀਰ ਵਿੱਚ 4 ਬਾਣੀਆਂ ਨੇ, 4 ਤਰ੍ਹਾਂ ਦਾ ਨਾਦ ਹੈ। ਪਹਿਲਾ ਹੈ ਪਰਾ, ਭਾਵ ਜਿਹੜਾ ਸਾਡੇ ਬਿਲਕੁਲ ਅੰਦਰ ਹੈ, ਜਿੱਥੋਂ ਕੋਈ ਲਫ਼ਜ਼ ਸ਼ੁਰੂ ਹੁੰਦਾ ਉਹਨੂੰ ਉਹ ਪਰਾ ਕਹਿੰਦੇ ਸਨ। ਫਿਰ ਜਦੋਂ ਉਹ ਗੱਲ ਹਿਰਦੇ ਦੇ ਵਿੱਚ ਆ ਗਈ, ਉਹਨੂੰ ਉਹ ਪਸੰਤੀ ਕਹਿੰਦੇ ਸਨ, ਵੀ ਕੋਈ ਸਾਡੇ ਗੱਲ ਹਿਰਦੇ 'ਚ ਹੈ। ਹਿਰਦੇ ਤੋਂ ਪਹਿਲਾਂ ਵੀ ਕਿਤੇ ਸੀ, ਪਰ ਉਹਦਾ ਅਹਿਸਾਸ ਸਾਨੂੰ ਨਹੀਂ ਗਾ। ਕੋਈ ਗੱਲ ਹੈ ਮੇਰੇ ਮਨ 'ਚ ਹੈ, ਮੇਰੇ ਹਿਰਦੇ 'ਚ ਹੈ, ਪਰ ਮੇਰੇ ਹਿਰਦੇ ਤੋਂ ਪਹਿਲਾਂ ਵੀ ਉਹ ਕਿਤੇ ਸੀ, ਪਰ ਉਹਦਾ ਮੈਨੂੰ ਨਹੀਂ ਪਤਾ। ਜਿੱਥੇ ਸੀ ਉਹਨੂੰ ਉਹ ਪਰਾ ਕਹਿੰਦੇ ਨੇ, ਪਰਾ ਬਾਣੀ। ਜਦੋਂ ਮੇਰੇ ਹਿਰਦੇ 'ਚ ਆ ਗਈ, ਭਾਵ ਮੇਰੇ ਦਿਲ 'ਚ ਆ ਗਈ, ਅੰਦਰ ਘੁੰਮਣ ਲੱਗੀ ਮੇਰੇ ਹਿਰਦੇ ਦੇ ਵਿੱਚ, ਤਾਂ ਉਹਨੂੰ ਉਹ ਕਹਿੰਦੇ ਸਨ ਪਸੰਤੀ।
ਤੇ ਜਦੋਂ ਹਿਰਦੇ ਤੋਂ ਗਲੇ ਤੱਕ ਆ ਗਏ, ਇੱਥੇ ਆ ਗਈ ਮੇਰੇ ਗਲੇ 'ਚ, ਭਾਵ ਮੈਂ ਉਹਨੂੰ ਗੁਣ ਗੁਣਾਉਣ ਲੱਗ ਪਿਆ, ਉਹਦੇ ਬਾਰੇ ਮੈਂ ਲਫ਼ਜ਼ ਇਕੱਠੇ ਕਰਨ ਲੱਗ ਗਿਆ। ਉਹਨੂੰ ਉਹ ਕਹਿੰਦੇ ਸਨ ਮੱਧਮ ਬਾਣੀ। ਤੇ ਜਦੋਂ ਮੱਧਮ ਬਾਣੀ ਬਾਹਰ ਆ ਗਈ, ਮੈਂ ਬੋਲ ਦਿੱਤੀ, ਉਹਨੂੰ ਕਹਿੰਦੇ ਸਨ ਵੈਖਰੀ। ਭਾਵ 4 ਤਰ੍ਹਾਂ ਦੀ ਬਾਣੀ ਉਹਨਾਂ ਨੇ ਮਣੀ। ਇਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਇਆ। ਗੁਰਦੇਵ ਕਹਿੰਦੇ ਬਾਣੀ ਚਾਰੇ ਖਾਣੀ, ਚਾਰੇ ਬਾਣੀ ਭੇਦਾ। 4 ਤਰ੍ਹਾਂ ਦੀਆਂ ਖਾਣੀਆਂ ਸਨ ਤੇ 4 ਤਰ੍ਹਾਂ ਦੀਆਂ ਬਾਣੀਆਂ ਉਦੋਂ ਲੋਕ ਮੰਨਦੇ ਸਨ। ਸੋ ਇੱਥੇ ਜੋਗੀਆਂ ਦੇ ਦੁਆਰਾ ਮੰਨੀ ਗਈ 4 ਤਰ੍ਹਾਂ ਦੀ ਬਾਣੀ ਨੂੰ ਵੀ ਗੁਰਦੇਵ ਨੇ ਬਾਣੀ ਆਖਿਆ। ਸੋ ਚੌਥਾ ਮਤਬਲ ਜਿਹੜਾ ਹੈ ਬਾਣੀ ਲਫ਼ਜ਼ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਜੋਗੀਆਂ ਵੱਲੋਂ ਮੰਨਿਆ ਗਿਆ, ਉਹ 4 ਤਰ੍ਹਾਂ ਦਾ ਸ਼ਬਦ ਹੈ, ਨਾਦ, ਜੋ ਸਾਡੇ ਅੰਦਰ ਹੈ, ਸਾਡੇ ਅੰਦਰ ਟਿਕਿਆ ਹੋਇਆ, ਸਾਡੇ ਅੰਦਰ ਵਸ ਰਿਹਾ। ਪਹਿਲੇ ਨੂੰ ਕਹਿੰਦੇ ਨੇ ਪਰਾ, ਦੂਜੇ ਨੂੰ ਕਹਿੰਦੇ ਨੇ ਪਸੰਤੀ, ਤੀਜੇ ਨੂੰ ਉਹ ਕਹਿੰਦੇ ਨੇ ਮੱਧਮ, ਤੇ ਚੌਥੇ ਨੂੰ ਕਹਿੰਦੇ ਨੇ ਉਹ ਵੈਖਰੀ। ਸੋ ਇਹ ਚੌਥਾ ਅਰਥ ਹੈ। ਸੋ ਪਹਿਲਾ ਫੇਰ ਸਮਝ ਲੈਣਾ ਬੋਲੀ, ਦੂਜਾ ਸਮਝ ਲੈਣਾ ਆਵਾਜ਼, ਤੀਜਾ ਸਮਝ ਲੈਣਾ ਤੀਰ, ਅਤੇ ਚੌਥਾ ਸਮਝ ਲੈਣਾ ਨਾਦ, ਕੋਈ ਸ਼ਬਦ। ਪੰਜਵਾਂ ਅਰਥ ਹੈ ਬਾਣੀ ਲਫ਼ਜ਼ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਨਾਵਟ। ਜਿਵੇਂ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਉਹਦੇ 'ਚ ਇੱਕ ਪੰਕਤੀ ਪੜ੍ਹਦੇ ਹੋ, ਉਹਦੇ 'ਚ ਪੰਕਤੀ ਆਉਂਦੀ ਹੈ, ਗੁਰਦੇਵ ਕਹਿੰਦੇ ਨੇ ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਸ਼ਰਮ ਖੰਡ ਕੀ ਬਾਣੀ ਰੂਪ, ਇਹ ਬਾਣੀ ਕੀ ਹੈ? ਸ਼ਰਮ ਦਾ ਅਰਥ ਹੈ ਮਿਹਨਤ। ਜਦੋਂ ਅਸੀਂ ਮਿਹਨਤ ਕਰਦੇ ਹਾਂ, ਕਿਸੇ ਵੀ ਕੰਮ ਲਈ ਮਿਹਨਤ ਕਰੀਏ, ਕੋਈ ਵੀ ਕੰਮ ਹੈ, ਤੁਸੀਂ ਜਦੋਂ ਉਹਦੇ ਤੇ ਮਿਹਨਤ ਕਰੋਗੇ ਤਾਂ ਉਹਦਾ ਰੂਪ ਤੁਹਾਡੇ ਤੇ ਚੜ੍ਹੇਗਾ। ਭਾਵ ਕਿਸੇ ਕੰਮ ਨੂੰ ਤੁਸੀਂ ਲਗਨ ਨਾਲ ਕਰ ਰਹੇ ਹੋ, ਜਦੋਂ ਕਰ ਰਹੇ ਹੋ, ਚਾਹੇ ਉਹ ਚੰਗਾ ਹੈ ਚਾਹੇ ਉਹ ਮਾੜਾ ਹੈ, ਉਹਦਾ ਰੂਪ ਭਾਵ ਕੀ ਹੈ? ਉਹਦਾ ਅਸਰ ਤੁਹਾਡੇ ਤੇ ਪਏਗਾ। ਜਿਹਨੂੰ ਗੁਰਦੇਵ ਕਹਿੰਦੇ ਨੇ ਜੇਹਾ ਬੀਜੈ ਸੋ ਲੁਣੈ। ਜੋ ਅਸੀਂ ਕਰ ਰਹੇ ਹਾਂ ਉਹਦਾ ਅਸਰ ਸਾਡੇ ਤੋਂ ਹੁੰਦਾ ਹੈ। ਇਸੇ ਨੂੰ ਗੁਰਦੇਵ ਕਹਿੰਦੇ ਸ਼ਰਮ ਖੰਡ ਕੀ ਬਾਣੀ ਰੂਪ। ਤੂੰ ਮਿਹਨਤ ਕਰੇਗਾ, ਮਿਹਨਤ ਦਾ ਰੂਪ ਤੇਰੇ ਤੇ ਚੜ੍ਹੇਗਾ। ਉਹਦੀ ਬਨਾਵਟ, ਭਾਵ ਜਿਵੇਂ ਦੀ ਮਿਹਨਤ ਕਰੇਗਾ ਉਵੇਂ ਦੀ ਤੇਰੀ ਬਨਾਵਟ ਬਣਦੀ ਜਾਏਗੀ। ਇਹਨੂੰ ਬਨਾਵਟ ਕਹਿੰਦੇ। ਸੋ ਬਾਣੀ ਦਾ ਅਰਥ ਬਨਾਵਟ ਵੀ ਹੈ। ਇਹਨੂੰ ਮੈਂ ਹੋਰ ਥੋੜਾ ਜਿਹਾ, ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਸੌਣ ਦਾ ਮਹੀਨਾ ਲੰਘਿਆ, ਬਰਖਾ ਪੈਂਦੀ ਹੈ। ਜਦੋਂ ਬਰਖਾ ਪੈਂਦੀ ਹੈ ਤਾਂ ਬਰਖਾ ਦੇ ਬੂੰਦਾਂ ਜਦੋਂ ਧਰਤੀ ਤੇ ਡਿੱਗਦੀਆਂ ਨੇ ਤੇ ਡਿੱਗਦਿਆਂ ਸਾਰ ਬੁਲਬੁਲੇ ਬਣਦੇ ਨੇ। ਤਾਂ ਗੁਰਦੇਵ ਬਾਣੀ 'ਚ ਇਹਨੂੰ ਇਉਂ ਵੀ ਕਹਿੰਦੇ ਨੇ ਬਰਖਸ ਬਾਣੀ ਬੁਦਬੁਦਾ ਹੇਰ। ਬਰਖਸ ਦਾ ਭਾਵ ਹੈ ਮੀਂਹ ਪੈ ਰਿਹਾ ਹੈ, ਤੇ ਜਦੋਂ ਮੀਂਹ ਪੈਂਦਾ ਹੈ ਤੇ ਫਿਰ ਕੀ ਹੁੰਦਾ ਹੈ? ਬਾਣੀ ਬੁਦਬੁਦਾ। ਬੁਦਬੁਦਾ ਕਹਿੰਦੇ ਨੇ ਬੁਲਬੁਲੇ ਨੂੰ। ਕਹਿੰਦੇ ਬੁਲਬੁਲੇ ਦੀ ਬਨਾਵਟ ਬਣਦੀ ਹੈ, ਬੂੰਦਾਂ ਤੋਂ ਕੀ ਬਣ ਜਾਂਦਾ ਹੈ? ਬੁਦਬੁਦਾ ਬਣ ਜਾਂਦਾ ਹੈ। ਬੁਦਬੁਲੇ ਦੀ ਬਨਾਵਟ ਬਣ ਜਾਂਦੀ ਹੈ ਤੇ ਉਹਨੂੰ ਵੇਖ, ਹੇਰ ਦਾ ਮਤਲਬ ਹੈ ਵੇਖ। ਕਹਿੰਦੇ ਬਰਖਸ ਬਾਣੀ ਬੁਦਬੁਦਾ ਹੇਰ, ਤੂੰ ਬੂੰਦਾਂ ਤੋਂ ਬਣਿਆ ਹੋਇਆ ਬੁਲਬੁਲਾ ਵੇਖ ਵੀ ਉਹ ਬਣਦਾ ਵੀ ਹੈ ਤੇ ਟੁੱਟ ਜਾਂਦਾ ਹੈ। ਸੋ ਉੱਥੇ ਬਾਣੀ ਦਾ ਅਰਥ ਬੁਦਬੁਦਾ ਵੀ ਹੈ। ਸੋ ਪੰਜਵਾਂ ਅਰਥ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਬਨਾਵਟ। ਕੋਈ ਕਿਸੇ ਤਰ੍ਹਾਂ ਦੀ ਬਣੀ ਹੋਈ ਬਨਾਵਟ, ਉਹ ਬੁਲਬੁਲੇ ਦੀ ਹੋ ਸਕਦੀ ਹੈ, ਉਹ ਸਾਡੇ ਦੁਆਰਾ ਕੀਤੀ ਗਈ ਮਿਹਨਤ ਦੀ ਹੋ ਸਕਦੀ ਹੈ। ਅਸੀਂ ਜਦੋਂ ਮਿਹਨਤ ਕਰਦੇ ਹਾਂ ਤੇ ਸਾਡੇ ਤੇ ਇੱਕ ਖਾਸ ਬਨਾਵਟ ਸਾਡੇ ਸਰੀਰ ਦੀ, ਸਾਡੇ ਰੂਪ ਦੀ, ਸਾਡੀ ਘਾੜਤ ਘੜੀ ਜਾਂਦੀ ਹੈ, ਜਿਹਨੂੰ ਗੁਰਦੇਵ ਕਹਿੰਦੇ ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਚੰਗੀ ਮਿਹਨਤ ਕਰਾਂਗੇ ਤੇ ਚੰਗੇ ਘੜੇ ਜਾਵਾਂਗੇ, ਮਾੜੀ ਮਿਹਨਤ ਕਰਾਂਗੇ ਤੇ ਮਾੜੇ ਘੜੇ ਜਾਵਾਂਗੇ। ਗੁਰਦੇਵ ਕਹਿੰਦੇ ਮਿਹਨਤ ਕਿਸੇ ਵੀ ਤਰ੍ਹਾਂ ਦੀ ਹੈ, ਉਹਨੇ ਆਪਣਾ ਅਸਰ ਦਿਖਾਉਣਾ ਹੀ ਦਿਖਾਉਣਾ। ਇਹਨੂੰ ਗੁਰਦੇਵ ਨੇ ਉਹ ਵੀ ਆਖਿਆ, ਕਹਿੰਦੇ ਪਰਮੇਸ਼ਰ ਦਾ ਇਹ ਨਿਯਮ ਹੈ, ਇਹ ਉਹਦਾ ਕਾਨੂੰਨ ਹੈ ਕਿ ਜੋ ਮਿਹਨਤ ਕਰੇਗਾ ਉਹਦੀ ਮਿਹਨਤ ਨੂੰ ਉਹ ਭੰਨਦਾ ਨਹੀਂ। ਕਹਿੰਦੇ ਇੱਕ ਤਿਲ ਨਹੀਂ ਭੰਨੈ ਘਾਲੇ। ਘਾਲੇ ਕਹਿੰਦੇ ਮਿਹਨਤ ਨੂੰ, ਤਿਲ ਕਹਿੰਦੇ ਥੋੜੀ ਜੀ।
ਤੂੰ ਜਿਵੇਂ ਦੀ ਮਿਹਨਤ ਕਰੇਗਾ ਉਹਦੀ ਉਸ ਤੇਰੀ ਮਿਹਨਤ ਦਾ ਇਵਜ਼ਾਨਾ ਉਹ ਵਾਹਿਗੁਰੂ ਮੋੜਦਾ ਨਹੀਂ, ਉਹਦਾ ਫਲ ਤੈਨੂੰ ਜ਼ਰੂਰ ਦਿੰਦਾ ਹੈ। ਤੂੰ ਚੰਗੀ ਕਰੇਗਾ ਚੰਗੀ ਦਾ ਫਲ ਮਿਲੇਗਾ, ਮਾੜੀ ਕਰੇਗਾ ਮਾੜੀ ਦਾ ਫਲ ਮਿਲੇਗਾ। ਚੋਰ ਮਿਹਨਤ ਕਰਦਾ ਹੈ, ਮਿਹਨਤ ਤੇ ਉਹ ਵੀ ਕਰਦਾ ਹੈ ਨਾ, ਮੂੰਹ ਚੁੱਕ ਕੇ ਨਹੀਂ ਤੁਰ ਜਾਂਦਾ। ਪਤਾ ਨਹੀਂ ਕਿੰਨੇ ਦਿਨਾਂ ਤੋਂ ਉਹਨੇ ਸੂਹਾਂ ਲਈਆਂ ਨੇ, ਕਿੰਨੇ ਦਿਨਾਂ ਤੋਂ ਉਹਨੇ ਘਾੜਤ ਘੜੀ ਹੈ। ਮੈਂ ਪਿੱਛੇ ਵੀ ਇੱਕ ਦਿਨ ਇਹ ਗੱਲ ਸਾਂਝੀ ਕੀਤੀ ਸੀ ਕਿ ਬੰਦੇ ਕਿੰਨੀ ਮਿਹਨਤ ਕਰਦੇ ਨੇ, ਚੋਰੀ ਕਰਨ ਵਾਲੇ ਕਿੰਨੀਆਂ ਤਰਗੀਬਾਂ ਲਾਉਂਦੇ ਨੇ ਤੇ ਉਹਨਾਂ ਦੀ ਮਿਹਨਤ ਨੂੰ ਫਲ ਲੱਗਦਾ। ਬੇਸ਼ੱਕ ਭਾਵੇਂ ਇਹ ਕੁਦਰਤ ਦਾ ਨੇਮ ਹੈ। ਇਹ ਨਾ ਸੋਚਣਾ ਕਿ ਮਾੜਾ ਬੰਦਾ ਮਿਹਨਤ ਕਰੇਗਾ ਕਿ ਉਹਦਾ ਫਲ ਨਹੀਂ ਉਹਨੂੰ ਮਿਲੇਗਾ। ਨਹੀਂ, ਗੁਰਦੇਵ ਨੇ ਇਸ ਗੱਲ ਨੂੰ ਬਾਣੀ 'ਚ ਕੁਦਰਤ ਦਾ ਨੇਮ ਆਖਿਆ ਹੈ। ਇਹ ਕੁਦਰਤ ਦਾ ਨੇਮ ਹੈ। ਹਾਂ, ਅੱਗੇ ਜਾ ਕੇ ਇਹ ਦੱਸਿਆ ਕਿ ਇਹਦਾ ਸਿੱਟਾ ਚੰਗਾ ਨਹੀਂ ਨਿਕਲੇਗਾ। ਉਸ ਮਿਹਨਤ ਤੋਂ ਜਿਹੜੀ ਚੀਜ਼ ਪੈਦਾ ਹੋਏਗੀ ਉਹ ਸਿੱਟਾ ਚੰਗਾ ਨਹੀਂ। ਜਿਹਨੂੰ ਗੁਰਦੇਵ ਉਹ ਆਖਦੇ ਨੇ ਬਹੁ ਪਰਪੰਚ ਕਰ ਪਰ ਧਨ ਲਿਆਵੇ। ਇਹਨੂੰ ਪਰਪੰਚ ਵੀ ਕਹਿੰਦੇ ਨੇ। ਕਹਿੰਦੇ ਬੰਦਾ ਮਿਹਨਤ ਕਰਦਾ ਹੈ, ਇਮਾਨਦਾਰੀ ਨਾਲ ਵੀ ਮਿਹਨਤ ਕਰਦਾ ਹੈ, ਆਪਣੇ ਬੱਚਿਆਂ ਨੂੰ ਪਾਲਣ ਲਈ, ਆਪਣੇ ਪਰਿਵਾਰ ਨੂੰ ਪਾਲਣ ਲਈ, ਤੇ ਪਰਪੰਚ ਕਰਕੇ ਵੀ ਕਰਦਾ ਹੈ। ਪਰ ਜਦੋਂ ਪਰਪੰਚ ਕਰਕੇ ਕਰਦਾ ਤੇ ਫਿਰ ਕੀ ਹੁੰਦਾ ਹੈ? ਮਿਹਨਤ ਕਰਕੇ ਪੈਸਾ ਤੇ ਉਦੋਂ ਵੀ ਘਰੇ ਆਉਂਦਾ, ਪਰ ਹੁੰਦਾ ਕੀ ਹੈ? ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪੈ ਆਣ ਲੁਟਾਵੇ। ਪਰ ਗੁਰਦੇਵ ਕਹਿੰਦੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਇਹਦਾ ਰਿਜ਼ਲਟ ਚੰਗਾ ਨਹੀਂ ਉਹ ਨਿਕਲਣਾ। ਜਿਨ੍ਹਾਂ ਤੇ ਤੂੰ ਲੁਟਾ ਰਿਹਾ ਹੈ, ਕੱਲ ਨੂੰ ਉਹਨਾਂ ਵਿੱਚ ਇਸ ਮਿਹਨਤ ਨੇ ਏਡਾ ਵੱਡਾ ਵਿਗਾੜ ਪੈਦਾ ਕਰ ਦੇਣਾ ਹੀ ਤੈਨੂੰ ਮਹਿਸੂਸ ਨਹੀਂ ਹੋਣਾ। ਸੋ ਜਿਹੜਾ ਬੁਰੇ ਕੰਮ ਲਈ ਮਿਹਨਤ ਕਰਦਾ ਹੈ, ਉਹ ਤੋਂ ਜਿਹੜੀ ਅਗਲੀ ਪੀੜ੍ਹੀ ਹੁੰਦੀ ਹੈ ਉਹਦੇ 'ਚ ਜਿਹੜਾ ਵਿਗਾੜ ਪੈਦਾ ਹੁੰਦਾ ਹੈ, ਕਈ ਵਾਰੀ ਅਸੀਂ ਉਹਨੂੰ ਦੇਖਦੇ ਨਹੀਂ, ਕਈ ਵਾਰੀ ਅਸੀਂ ਉਹਨੂੰ ਧਿਆਨ ਨਾਲ ਤੱਕਦੇ ਨਹੀਂ। ਉਹਨੂੰ ਤੱਕੀਏ ਫਿਰ ਮਹਿਸੂਸ ਹੋਏਗਾ ਕਿ ਜੋ ਮਿਹਨਤ ਕਰਕੇ ਮੈਂ ਕੀਤਾ ਸੀ, ਭਾਵੇਂ ਮਾੜੀ ਕੀਤੀ। ਸੋ ਦੋ ਗੱਲਾਂ ਨੇ, ਮਿਹਨਤ ਮਾੜੀ ਕਰੋ ਚੰਗੀ ਕਰੋ, ਉਹਦਾ ਫਲ ਜ਼ਰੂਰ ਮਿਲੇਗਾ। ਭਾਵ ਚੋਰ ਨੇ ਮਿਹਨਤ ਕੀਤੀ। ਮੈਂ ਉਦਾਹਰਨ ਦੇ ਰਿਹਾ ਸਾਂ ਆਪਣੇ ਗੁਰਦੁਆਰਾ ਸਾਹਿਬ ਦੀ ਕਿ ਦੁਪਹਿਰ ਦਾ ਟਾਈਮ ਵੀ ਚੋਰ ਬੰਦਾ ਵੀ ਕਿੰਨੀ ਮਿਹਨਤ ਕਰਦਾ। ਉਹ ਬੰਦੇ ਨੇ ਕਿੰਨੀ ਮਿਹਨਤ ਕੀਤੀ ਹੋਏਗੀ ਕਿ ਇੱਕ ਦਿਹਾੜੀਦਾਰ ਬੰਦੇ ਰਿਕਸ਼ੇ ਵਾਲੇ ਨੂੰ ਉਹ ਗੁਰਦੁਆਰਾ ਸਾਹਿਬ ਲੈ ਕੇ ਆਏ। ਮੈਂ ਇੱਥੋਂ ਦੀ ਉਦਾਹਰਨ ਦੇ ਰਿਹਾ ਕਿ ਬੰਦੇ ਨੇ ਕਿੰਨੀ ਪਲਾਨ, ਕਿੰਨੀ ਦਿਮਾਗ ਲਾਇਆ ਹੋਗਾ ਤੇ ਉਹਦੀ ਮਿਹਨਤ ਨੂੰ ਫਲ ਵੀ ਲੱਗਾ। ਉਹਨੇ ਪਲਾਨ ਕੀ ਬਣਾਇਆ? ਇੱਕ ਬੰਦੇ ਨੂੰ ਆਪਣੇ ਨਾਲ ਲਿਆਇਆ, ਰਿਕਸ਼ੇ ਵਾਲੇ ਨੂੰ, ਈ ਰਿਕਸ਼ਾ ਵਾਲੇ ਨੂੰ, ਕਿ ਆਪਾਂ ਗੁਰਦੁਆਰਾ ਸਾਹਿਬ ਤੋਂ ਕੰਪਨੀ ਦਾ ਸਮਾਨ ਚੁੱਕ ਕੇ ਲਿਆਉਣਾ। ਉਹ ਵੀ ਬੰਦਾ ਗੱਲਾਂ 'ਚ ਆ ਗਿਆ ਵੀ ਚਲੋ ਦਿਹਾੜੀ ਮਿਲੀ ਹੈ, ਗੁਰਦੁਆਰਾ ਸਾਹਿਬ ਚੱਲਦੇ ਆ, ਤੇ ਉਹ ਨਾਲ ਆ ਗਏ। ਗੁਰਦੁਆਰਾ ਸਾਹਿਬ ਦੇ ਗੇਟ ਦੇ ਬਾਹਰ ਆਏ। ਜਿਹੜਾ ਲੈ ਕੇ ਆਏ ਸੀ ਉਹ ਕਹਿੰਦਾ ਭਾਈ ਤੇਰਾ ਫੋਨ ਦਈ, ਜਿਹਦੇ ਕੋਲ ਸਮਾਨ ਲੈਣਾ ਹੈ ਉਸ ਬੰਦੇ ਨੂੰ ਫੋਨ ਕਰ ਲਵਾਂ, ਮੇਰੇ ਫੋਨ ਤੋਂ ਫੋਨ ਨਹੀਂ ਲੱਗ ਰਿਹਾ। ਕਹਿੰਦਾ ਲੈ ਭਾਈ। ਉਹਨੇ ਉਹਨੂੰ ਫੋਨ ਫੜਾ ਦਿੱਤਾ ਤੇ ਉਹਨੂੰ ਆਖਣ ਲੱਗਾ ਤੂੰ ਰਿਕਸ਼ਾ ਮੋੜ ਕੇ ਪਰੇ ਨੂੰ ਮੂੰਹ ਕਰ। ਜਿੰਨੀ ਦੇਰ ਨੂੰ ਉਹ ਰਿਕਸ਼ਾ ਮੋੜ ਕੇ ਪਰੇ ਨੂੰ ਮੂੰਹ ਕਰਨ ਲੱਗਾ, ਉਨੀ ਦੇਰ ਨੂੰ ਉਹ ਬੰਦਾ ਮੋਬਾਈਲ ਬਣਾਉਂਦਾ ਇਸ ਬੂਹੇ ਤੋਂ ਵੜਿਆ ਤੇ ਉਸ ਬੂਹੇ ਨਿਕਲ ਗਿਆ। ਫਿਰ ਕਿੱਧਰ ਗਿਆ ਕਿਸੇ ਨੂੰ ਨਹੀਂ ਪਤਾ ਲੱਗਾ। ਮਿਹਨਤ ਤੇ ਉਹਨੇ ਵੀ ਕੀਤੀ ਹੋਈ ਨਾ, ਕੋਈ ਦਿਮਾਗ ਦੌੜਾਇਆ ਹੋਏਗਾ, ਪਹਿਲਾਂ ਆਇਆ ਹੋਏਗਾ, ਰਸਤਾ ਵੇਖਿਆ ਹੋਏਗਾ ਵੀ ਆਰ ਪਾਰ ਗੁਰਦੁਆਰੇ ਤੇ ਹੋਰ ਵੀ ਬੜੇ ਨੇ। ਉਹਨੇ ਦੇਖਿਆ ਕਿ ਇਧਰੋਂ ਰਸਤਾ ਨਿਕਲਦਾ, ਇਧਰੋਂ ਵੜਨ ਦਾ, ਇਧਰੋਂ ਨਿਕਲਣ ਦਾ, ਤਰਤੀਬ ਬੜੀ ਸੌਖੀ ਹੈ ਤੇ ਉਹਦੀ ਕਾਮਯਾਬੀ ਹੋ ਗਈ। ਉਹਨੂੰ ਮੈਂ ਪੁੱਛਿਆ ਕਿੰਨੇ ਦਾ ਫੋਨ ਸੀ? ਕਹਿੰਦਾ 21,000 ਦਾ ਸੀ। ਤੋ ਮਿਹਨਤ ਜਿਹੜੀ ਗੁਰਬਾਣੀ ਨੇ ਇਸ ਗੱਲ ਨੂੰ ਮੰਨਿਆ। ਖੈਰ ਆਪਾਂ ਆਪਣੇ ਵਿਸ਼ੇ ਵੱਲ ਪਰਤੀਏ। ਵਿੱਚ ਇਹ ਗੱਲ ਤੱਤ ਦੀ ਆਈ, ਮੈਂ ਤਾਂ ਸਾਂਝੀ ਕੀਤੀ। ਗੁਰਦੇਵ ਕਹਿੰਦੇ ਬਾਣੀ ਦਾ ਅਰਥ ਬਨਾਵਟ ਵੀ ਹੈ, ਜਿਹਨੂੰ ਅਸੀਂ ਜਪਜੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਸ਼ਰਮ ਖੰਡ ਕੀ ਬਾਣੀ ਰੂਪ। ਜਿਵੇਂ ਦੀ ਮਿਹਨਤ ਕਰਾਂਗੇ ਉਵੇਂ ਦਾ ਰੂਪ ਸਾਡੇ ਤੇ ਉਹਦਾ ਚੜ੍ਹਦਾ ਜਾਏਗਾ, ਅਸੀਂ ਉਵੇਂ ਦੇ ਬਣਦੇ ਜਾਵਾਂਗੇ। ਚੰਗੀ ਕਰਾਂਗੇ ਚੰਗੇ ਬਣਦੇ ਜਾਵਾਂਗੇ, ਮਾੜੀ ਕਰਾਂਗੇ ਮਾੜੇ ਬਣਦੇ ਜਾਵਾਂਗੇ। ਰਿਜ਼ਲਟ ਅੱਗੇ ਜਾ ਕੇ ਆਉਂਦਾ ਚੰਗੇ ਦਾ ਤੇ ਮਾੜੇ ਦਾ, ਜਿਹਨੂੰ ਗੁਰਦੇਵ ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਰਿਜ਼ਲਟ ਬਾਅਦ 'ਚ ਹੈ। ਸੋ ਪੰਜਵਾਂ ਅਰਥ ਹੈ, ਫਿਰ ਮੈਂ ਦੁਹਰਾ ਦੇਵਾਂ। ਪਹਿਲਾ ਅਰਥ ਹੈ ਬਾਣੀ ਦੇ ਵਿੱਚ ਬਾਣੀ ਦਾ ਬੋਲੀ। ਦੂਜਾ ਅਰਥ ਹੈ ਬਾਣੀ ਲਫ਼ਜ਼ ਦਾ, ਬਾਣੀ ਦੇ ਵਿੱਚ ਅਸੀਂ ਜੋ ਸਮਝਿਆ ਸੀਗਾ ਕੋਈ ਪਦ ਰਚਨਾ। ਤੀਜਾ ਅਰਥ ਅਸੀਂ ਇਹ ਸਮਝਿਆ ਸੀ ਕਿ ਤੀਰ। ਚੌਥਾ ਅਰਥ ਅਸੀਂ ਇਹ ਸਮਝਿਆ ਕੋਈ ਬਨਾਵਟ,
ਵੀ ਕਿਸੇ ਤਰ੍ਹਾਂ ਦੀ ਕੋਈ ਬਨਾਵਟ ਜੋ ਬਣੀ ਹੋਈ ਹੈ, ਜਿਵੇਂ ਮੀਂਹ ਪੈਂਦਾ ਤੇ ਬੁਦਬੁਦਾ ਬਣਦਾ ਬੁਲਬੁਲਿਆਂ ਤੋਂ, ਇਹਨੂੰ ਵੀ ਬਾਣੀ ਕਹਿੰਦੇ ਨੇ। ਸੋ ਇਸ ਤਰੀਕੇ ਦੇ ਨਾਲ ਬਾਣੀ ਲਫ਼ਜ਼ ਦੇ ਬਾਣੀ ਦੇ ਵਿੱਚ ਬਹੁ ਅਰਥ ਨੇ, ਬਹੁ ਅਰਥੀ ਹੈ ਇਹ ਲਫ਼ਜ਼ ਜਿਹੜਾ ਬਾਣੀ ਦੇ ਵਿੱਚ ਗੁਰਦੇਵ ਨੇ ਵਰਤਿਆ। ਹੁਣ ਮੈਂ ਗੱਲ ਤੱਤ ਦੀ ਅਖੀਰ ਚ ਕਰਨ ਲੱਗਾ। ਸਭ ਤੋਂ ਜ਼ਿਆਦਾ ਇਹ ਲਫ਼ਜ਼ ਜਿਹੜਾ ਬਾਣੀ ਹੈ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਗੁਰੂ ਸਾਹਿਬ ਵੱਲੋਂ ਲਿਖੀ ਗਈ ਸ਼ਬਦ ਰਚਨਾ, ਜਿਹਨੂੰ ਅਸੀਂ ਬਾਣੀ ਕਹਿੰਦੇ ਹਾਂ, ਉਹਦੇ ਲਈ ਵਰਤਿਆ ਗਿਆ ਸਭ ਤੋਂ ਜ਼ਿਆਦਾ। ਭਾਵ ਅਸੀਂ ਉਹ ਕਹਿੰਦੇ ਆ ਕਿ ਇਹ ਸ਼ਬਦ ਰੂੜ ਹੋ ਗਿਆ, ਇਹਨੂੰ ਕਹਿੰਦੇ ਰੂੜ ਹੋ ਜਾਣਾ। ਰੂੜ ਹੋ ਜਾਣ ਦਾ ਮਤਲਬ ਕੋਈ ਸ਼ਬਦ ਕਿਸੇ ਚੀਜ਼ ਨਾਲ ਖਾਸ ਕਰਕੇ ਜੁੜ ਜਾਣਾ। ਇਵੇਂ ਜਦੋਂ ਕੋਈ ਬੰਦਾ ਸ਼ਬਦ ਬਾਣੀ ਬੋਲਦਾ ਹੈ ਤਾਂ ਸਾਡਾ ਉਸੇ ਵੇਲੇ ਧਿਆਨ ਕਿਹਦੇ ਵੱਲ ਚੱਲ ਜਾਂਦਾ ਹੈ? ਜੋ ਗੁਰੂ ਸਾਹਿਬ ਨੇ ਲਿਖਿਆ ਲਫ਼ਜ਼, ਅਸੀਂ ਉਹਨੂੰ ਬਾਣੀ ਕਹਿੰਦੇ ਹਾਂ। ਜੇ ਅਸੀਂ ਬਾਣੀ ਦੇ ਕ੍ਰਮਵਾਰ ਵੇਖੀਏ ਤਾਂ ਮੈਂ ਪਹਿਲਾਂ ਗੱਲ ਕਰਾਂਗਾ ਭਗਤਾਂ ਦੀ। 15 ਭਗਤਾਂ ਨੇ ਬਾਣੀ ਲਿਖੀ। ਉਹਨਾਂ 15 ਭਗਤਾਂ ਚੋਂ ਇਸ ਲਫ਼ਜ਼ ਦੀ ਵਰਤੋਂ ਕੇਵਲ 2 ਭਗਤਾਂ ਨੇ ਕੀਤੀ ਹੈ, ਬਾਬਾ ਕਬੀਰ ਸਾਹਿਬ ਨੇ ਤੇ ਭਗਤ ਬੇਣੀ ਜੀ ਨੇ। 13 ਭਗਤਾਂ ਦੀ ਬਾਣੀ ਵਿੱਚ ਇਸ ਲਫ਼ਜ਼ ਦੀ ਵਰਤੋਂ ਨਹੀਂ ਹੈ। ਭਾਵ 13 ਭਗਤਾਂ ਨੇ ਇਹ ਜਿਹੜਾ ਬਾਣੀ ਸ਼ਬਦ ਹੈ ਇਹਨੂੰ ਵਰਤਿਆ ਨਹੀਂ, ਪਰ 2 ਭਗਤਾਂ ਨੇ ਇਹਨੂੰ ਵਰਤਿਆ, ਪਰ ਉਹਨਾਂ ਨੇ ਬੜੇ ਕਮਾਲ ਨਾਲ ਵਰਤਿਆ। ਪਹਿਲਾਂ ਮੈਂ ਗੱਲ ਬਾਬਾ ਕਬੀਰ ਸਾਹਿਬ, ਮੈਂ ਇਸ ਕਰਕੇ ਗੱਲ ਸਾਂਝੀ ਕਰ ਰਿਹਾ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਇਹ ਸ਼ਬਦ ਸੀ। ਸਾਡੇ 'ਚ ਇੱਕ ਧਾਰਨਾ ਇਹ ਬਣੀ ਹੋਈ ਹੈ ਕਿ ਜੋ ਬਾਣੀ ਹੈ ਇਹ ਗੁਰੂ ਨਾਨਕ ਸਾਹਿਬ ਦੇ ਆਉਣ ਨਾਲ ਹੀ ਆਈ ਹੈ। ਨਹੀਂ, ਇਹ ਧਾਰਨਾ ਗਲਤ ਹੈ। ਬਾਣੀ ਦਾ ਪ੍ਰਵਾਹ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਹੈ। 15 ਭਗਤ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਬਾਣੀ ਲਿਖ ਚੁੱਕੇ ਨੇ। ਉਹਨਾਂ 'ਚੋਂ 2 ਭਗਤ ਇਸ ਲਫ਼ਜ਼ ਨੂੰ ਆਪਣੀ ਬਾਣੀ ਵਿੱਚ ਲਿਖ ਚੁੱਕੇ ਨੇ, ਜਿਨ੍ਹਾਂ 'ਚੋਂ ਬਾਬਾ ਕਬੀਰ ਸਾਹਿਬ ਹਨ। ਉਹਨਾਂ ਨੇ ਲਿਖਿਆ ਹੈ, ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ, ਇਨ ਬਿਦ ਭਵ ਸਾਗਰ ਤਰੀਐ। ਫਿਰ ਇਸ ਪੰਕਤੀ ਨੂੰ ਸਮਝਣਾ ਕਿੱਡਾ ਗੂੜਾ ਅਰਥ, ਜਿਹੜੀ ਗੱਲ ਗੁਰੂ ਸਾਹਿਬ ਬਾਅਦਾਂ ਚ ਆ ਕੇ ਕਹਿ ਰਹੇ ਸਨ। ਗੁਰੂ ਸਾਹਿਬ ਤੋਂ ਪਹਿਲਾਂ ਬਾਬਾ ਕਬੀਰ ਸਾਹਿਬ ਇਸ ਗੱਲ ਨੂੰ ਲੋਕਾਂ ਦੇ ਵਿੱਚ ਪ੍ਰਚਾਰ ਰਹੇ ਨੇ। ਉਹ ਕਹਿੰਦੇ ਰਮਈਆ ਜਪੋ ਪ੍ਰਾਣੀ, ਹੇ ਬੰਦਿਓ ਰੱਬ ਦੇ ਗੁਣਾਂ ਨੂੰ ਜਪੋ, ਪਰ ਕਿਵੇਂ? ਅਨੰਤ ਜੀਵਨ ਬਾਣੀ। ਇਹ ਜੋ ਬਾਣੀ ਮੈਂ ਤੁਹਾਨੂੰ ਦੇ ਰਿਹਾ, ਬਾਬਾ ਕਬੀਰ ਸਾਹਿਬ ਨੇ ਜੋ ਸ਼ਬਦ ਲਿਖੇ ਨੇ, ਕਹਿੰਦੇ ਇਹ ਜੋ ਸ਼ਬਦ ਇਹ ਬਾਣੀ ਮੈਂ ਜਦ ਤੁਹਾਨੂੰ ਦੇ ਰਿਹਾ, ਇਹ ਬਾਣੀ ਅਨੰਤ ਜੀਵਨ ਦਿੰਦੀ ਹੈ। ਭਾਵ ਲਾ ਮਿਸਾਲ ਬਾ ਮਿਸਾਲ ਜੀਵਨ ਦਿੰਦੀ ਹੈ। ਇਸ ਬਾਣੀ ਵਿੱਚ ਇੱਕ ਗਹਿਰਾ ਜੀਵਨ ਹੈ, ਅਨੰਤ ਜੀਵਨ। ਅਨੰਤ ਦਾ ਭਾਵ ਹੈ ਜਿਹਨੂੰ ਆਪਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਜਪਜੀ ਸਾਹਿਬ ਚੋਂ ਪੜ੍ਹਦੇ ਹਾਂ, ਮੰਨੇ ਕੀ ਗਤ ਕਹੀ ਨਾ ਜਾਏ, ਕਿ ਇਹ ਬਾਣੀ ਉਹ ਜੀਵਨ ਦਿੰਦੀ ਹੈ ਜਿਸ ਜੀਵਨ ਬਾਰੇ ਦੱਸਿਆ ਨਹੀਂ ਜਾ ਸਕਦਾ ਕਿ ਉਹ ਜੀਵਨ ਕਿੰਨਾ ਕੁ ਉੱਚਾ ਹੈ ਤੇ ਕਿੰਨਾ ਕੁ ਸੁੱਚਾ ਹੈ। ਤੋ ਇਹ ਬਾਣੀ ਦੇ ਇਸ ਖਿਆਲ ਨੂੰ ਕਿ ਬਾਣੀ ਇੱਕ ਪਵਿੱਤਰ ਜੀਵਨ ਦਿੰਦੀ ਹੈ, ਜਿਹਨੂੰ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਚੋਂ ਪੜ੍ਹਦੇ ਹਾਂ, ਪ੍ਰਭ ਕੀ ਬਾਣੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਬਾਣੀ ਇੱਕ ਅਡੋਲਤਾ ਦਿੰਦੀ ਹੈ। ਸੋ ਬਾਬਾ ਕਬੀਰ ਸਾਹਿਬ ਨੇ ਇਸ ਲਫ਼ਜ਼ ਨੂੰ ਇਉਂ ਵਰਤਿਆ, ਕਹਿੰਦੇ ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ, ਇਨ ਬਿਦ ਭਵ ਸਾਗਰ ਤਰੀਐ। ਕਹਿੰਦੇ ਇਸ ਤਰੀਕੇ ਦੇ ਨਾਲ ਭਵ ਸਾਗਰ ਨੂੰ ਤਰ ਲਈਦਾ। ਬਾਬਾ ਬੇਣੀ ਜੀ ਨੇ, ਭਗਤ ਬੇਣੀ ਜੀ ਨੇ ਇਸ ਸ਼ਬਦ ਨੂੰ ਇਉਂ ਵਰਤਿਆ, ਕਹਿਣ ਲੱਗੇ ਦੇਵ ਸਥਾਨੈ ਕਿਆ ਨਿਸ਼ਾਨੀ। ਧਿਆਨ ਨਾਲ ਸਮਝੋ, ਇਹ ਲਫ਼ਜ਼ ਨਵਾਂ ਹੈ। ਦੇਵ ਅਸਥਾਨੈ ਕਿਆ ਨਿਸ਼ਾਨੀ। ਦੇਵ ਅਸਥਾਨੈ ਕਹਿੰਦੇ ਨੇ, ਦੇਵ ਕਹਿੰਦੇ ਨੇ ਪਰਮੇਸ਼ਰ ਨੂੰ। ਕਹਿੰਦੇ ਪਰਮੇਸ਼ਰ ਦਾ ਸਥਾਨ ਕਿਹੜਾ ਹੈ, ਉਹ ਜਗ੍ਹਾ ਕਿਹੜੀ ਹੈ, ਉਸ ਜਗ੍ਹਾ ਦੀ ਨਿਸ਼ਾਨੀ ਕਿਹੜੀ ਹੈ ਜਿੱਥੇ ਪਰਮੇਸ਼ਰ ਵੱਸਦਾ ਹੈ। ਵੈਸੇ ਤੇ ਬਾਣੀ ਨੇ ਕਿਹਾ ਉਹ ਸਾਰੀ ਜਗ੍ਹਾ ਤੇ ਵੱਸਦਾ ਹੈ, ਉਹਦਾ ਵਾਸਾ ਹਰ ਜਗ੍ਹਾ ਤੇ ਹੈ, ਪਰ ਬਾਣੀ ਨੇ ਇਹ ਵੀ ਗੱਲ ਕਹੀ ਹੈ, ਕਹਿੰਦੇ ਜਿੱਥੇ ਇਹ ਪਵਿੱਤਰ ਬਾਣੀ ਹੈ ਉੱਥੇ ਉਹਦਾ ਖਾਸ ਵਸ ਹੈ। ਇਸ ਗੱਲ ਨੂੰ ਮੰਨੀਏ ਅਸੀਂ। ਇਹਨੂੰ ਗੁਰੂ ਸਾਹਿਬ ਨੇ ਉਹ ਆਖਿਆ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ। ਇਹਨੂੰ ਗੁਰਦੇਵ ਨੇ ਉਹ ਵੀ ਆਖਿਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹਨੂੰ ਗੁਰਦੇਵ ਨੇ ਉਹ ਵੀ ਆਖਿਆ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਲਫ਼ਜ਼ਾਂ ਦਾ ਫਰਕ ਹੈ।
ਸੋ ਭਗਤ ਬੇਣੀ ਜੀ ਕਹਿੰਦੇ ਪਰਮੇਸ਼ਰ ਦਾ ਟਿਕਾਣਾ ਕਿਹੜਾ? ਦੇਵ ਅਸਥਾਨੈ ਕਿਆ ਨਿਸ਼ਾਨੀ। ਤਾਂ ਉਹ ਕਹਿੰਦੇ ਉਹਦੀ ਨਿਸ਼ਾਨੀ ਇਹ ਹੈ, ਉਹਦਾ ਚਿੰਨ੍ਹ ਇਹ ਹੈ, ਉਹਦਾ ਲੱਛਣ ਇਹ ਹੈ, ਜਿੱਥੇ ਕੀ ਹੈ ਦੋ ਚੀਜ਼ਾਂ ਨੇ। ਉਹਨਾਂ ਨੇ ਦੋ ਲਫ਼ਜ਼ ਵਰਤੇ, ਕਹਿਣ ਲੱਗੇ ਦੇਵ ਨਿਸ਼ਾਨੈ ਕਿਆ ਨਿਸ਼ਾਨੀ, ਤਹ ਬਾਜੈ ਸ਼ਬਦ ਅਨਾਹਦ ਬਾਨੀ। ਤਹ ਚੰਦ ਨ ਸੂਰਜ ਪੌਣ ਨ ਪਾਣੀ। ਫਿਰ ਸਮਝੋ ਸ਼ਬਦਾਂ ਵਿੱਚ ਬੜੀ ਗਹਿਰਾਈ ਹੈ। ਕਹਿੰਦੇ ਨਾ ਉੱਥੇ ਚੰਦਰਮਾ ਹੈ, ਨਾ ਉੱਥੇ ਸੂਰਜ ਹੈ, ਨਾ ਉੱਥੇ ਪਾਣੀ ਹੈ, ਨਾ ਉੱਥੇ ਪੌਣ ਹੈ। ਕਮਾਲ ਦੀ ਗੱਲ ਹੈ ਕਿ ਜਿੱਥੇ ਬਾਣੀ ਹੋਏਗੀ ਉੱਥੇ ਨਾ ਸੂਰਜ ਹੋਏਗਾ, ਨਾ ਚੰਦਰਮਾ ਹੋਏਗਾ, ਨਾ ਪੌਣ ਹੋਏਗੀ, ਨਾ ਪਾਣੀ ਹੋਏਗਾ। ਇਹ ਤੇ ਕੁਦਰਤ ਦੇ ਮੁੱਢਲੇ ਤੱਤ ਨੇ, ਇਹਨਾਂ ਤੋਂ ਬਿਨਾਂ ਤੇ ਅਸੀਂ ਜੀ ਨਹੀਂ ਸਕਦੇ। ਸੋ ਇੱਥੇ ਭਾਵ ਇਹ ਹੈ ਬਾਬਾ ਬੇਣੀ ਜੀ ਦੇ ਕਹਿਣ ਦਾ। ਫਿਰ ਸਮਝੋ, ਕਹਿਣ ਲੱਗੇ ਦੇਵ ਨਸਥਾਨੈ ਕਿਆ ਨਿਸ਼ਾਨੀ, ਪਰਮੇਸ਼ਰ ਦੇ ਟਿਕਾਣੇ ਦੀ ਨਿਸ਼ਾਨੀ ਕੀ? ਕਹਿੰਦੇ ਨਿਸ਼ਾਨੀ ਇਹ ਹੈ ਕਿ ਉੱਥੇ ਵਸਦਾ ਹੈ ਜਿੱਥੇ ਕੀ ਹੈ ਤਹ ਬਾਜੈ ਸ਼ਬਦ, ਜਿੱਥੇ ਸ਼ਬਦ ਵੱਜ ਰਿਹਾ ਹੈ, ਅਨਾਹਦ ਬਾਣੀ, ਜਿੱਥੇ ਅਨਾਹਦ ਬਾਣੀ ਵੱਜ ਰਹੀ ਹੈ। ਇਹ ਦੋ ਚੀਜ਼ਾਂ ਵੱਜ ਰਹੀਆਂ ਨੇ ਤੇ ਉੱਥੇ ਹੋਰ ਕੋਈ ਚੀਜ਼ ਨਹੀਂ। ਕਿਹੜੀ? ਕਹਿਣ ਲੱਗੇ ਤਹ ਬਾਜੈ ਸ਼ਬਦ ਅਨਾਹਦ ਬਾਣੀ, ਤਹ ਸੂਰ ਨਾ ਚੰਦ ਪੌਣ ਨਾ ਪਾਣੀ। ਉੱਥੇ ਨਾ ਸੂਰਜ ਹੈ, ਨਾ ਚੰਦਰਮਾ ਹੈ, ਉੱਥੇ ਨਾ ਪੌਣ ਹੈ, ਨਾ ਪਾਣੀ ਹੈ। ਸੂਰਜ ਤੋਂ ਭਾਵ ਹੈ ਗਰਮੀ। ਇਹ ਸੂਰਜ ਦਾ ਇੱਕ ਅਵਗਣ ਲਿਆ ਗਿਆ। ਭਾਵ ਇੱਥੇ ਇਹ ਨਹੀਂ ਕਿ ਜਿੱਥੇ ਬਾਣੀ ਹੋਏਗੀ ਤੇ ਉੱਥੇ ਸੂਰਜ ਨਹੀਂ ਹੋਏਗਾ, ਜਿੱਥੇ ਬਾਣੀ ਦਾ ਸ਼ਬਦ ਹੋਏਗਾ ਉੱਥੇ ਚੰਦਰਮਾ ਨਹੀਂ ਹੋਏਗਾ, ਜਿੱਥੇ ਬਾਣੀ ਹੋਏਗੀ ਤੇ ਉੱਥੇ ਪੌਣ ਤੇ ਪਾਣੀ ਨਹੀਂ ਹੋਏਗਾ। ਨਹੀਂ, ਇਹਨਾਂ ਦਾ ਇੱਕ ਇੱਕ ਅਵਗਣ ਲਿਆ ਗਿਆ। ਭਾਵ ਸੂਰਜ ਤੇ ਚੰਦਰਮਾ ਤੋਂ ਭਾਵ ਇਹ ਹੈ ਜਦੋਂ ਬਾਣੀ ਬੰਦੇ ਦੇ ਜੀਵਨ 'ਚ ਆ ਜਾਂਦੀ ਹੈ, ਨਾ ਬੰਦਾ ਸੂਰਜ ਵਾਂਗੂ ਤਪਦਾ ਹੀ ਹੈ ਤੇ ਨਾ ਹੀ ਚੰਦਰਮੇ ਵਾਂਗੂ ਠੰਡਾ ਹੀ ਹੋ ਜਾਂਦਾ। ਭਾਵ ਉਹਦੇ 'ਚ ਵਿਕਾਰ ਨੇ ਕਿ ਉਹ ਬਹੁਤ ਜ਼ਿਆਦਾ ਤਪੇਗਾ ਤੇ ਨਾ ਹੀ ਉਹ ਠੰਡਾ ਹੈ। ਜਿਹਨੂੰ ਆਪਾਂ ਕਹਿੰਦੇ ਉਹ ਤੀਜੀ ਅਵਸਥਾ 'ਚ ਹੈ, ਜਿਹਨੂੰ ਆਖਿਆ ਗਿਆ ਗੁਰਮੁਖ ਦੀ ਅਵਸਥਾ। ਭਾਵ ਨਾ ਤੇ ਉਹ ਸੂਰਜ ਵਰਗਾ ਤਪਦਾ ਹੀ ਹੈ, ਹੋਛਾ ਹੀ ਹੈ, ਤੇ ਨਾ ਹੀ ਉਹ ਠੰਡਾ ਹੀ ਹੈ ਕਿ ਕੱਖ ਨਹੀਂ ਕਰੇਗਾ। ਭਾਵ ਬਾਣੀ ਬੰਦੇ ਨੂੰ ਇੱਕ ਖਾਸ ਵਜ਼ਨ ਦਿੰਦੀ ਹੈ, ਨਾ ਤੇ ਉਹ ਸੂਰਜ ਵਾਂਗੂ ਤਬਾਹੀ ਲਾਉਂਦਾ ਹੈ ਤੇ ਨਾ ਹੀ ਉਹ ਚੰਦਰਮੇ ਵਾਂਗੂ ਚੁੱਪ ਕਰਕੇ ਬਹਿ ਜਾਂਦਾ ਹੈ। ਉਹ ਵਿੱਚ ਵਾਲਾ ਜੀਵਨ ਜਿਉਂਦਾ ਹੈ, ਵਿਚਕਾਰਲਾ ਜੀਵਨ। ਅੱਗੇ ਜ਼ਿਕਰ ਕੀਤਾ ਪੌਣ ਨਾ ਪਾਣੀ, ਪੌਣ ਨਾ ਪਾਣੀ। ਪੌਣ ਦੇ ਬਾਰੇ ਇਹ ਗੱਲ ਕਹੀ ਗਈ ਹੈ ਕਿ ਉਹ ਦਿਖਾਈ ਨਹੀਂ ਦਿੰਦੀ, ਪਰ ਹੈ ਤੇ ਦਿਖਾਈ ਨਹੀਂ ਦਿੰਦੀ। ਕਹਿੰਦੇ ਬਾਣੀ ਜੋ ਜੀਵਨ ਦਿੰਦੀ ਹੈ ਉਹ ਜੀਵਨ ਜੇ ਹੋਏਗਾ ਤੇ ਦਿਖਾਈ ਵੀ ਦੇਗਾ। ਐਸਾ ਨਹੀਂ ਕਿ ਹਵਾ ਵਰਗਾ ਹੈ, ਜਿਹਨੂੰ ਆਪਾਂ ਕਹਿੰਦੇ ਆ ਕਿ ਹਵਾ ਹੈ ਪਰ ਦਿਖਾਈ ਨਹੀਂ ਦਿੰਦੀ। ਕਿ ਇੱਥੇ ਭਾਵ ਇਹ ਹੈ, ਇੱਥੇ ਭਾਵ ਇਹ ਨਹੀਂ ਲੈਣਾ ਕਿ ਬਾਣੀ ਦੇ ਜਿੱਥੇ ਬਾਣੀ ਹੋਏਗੀ ਤੇ ਉੱਥੇ ਹਵਾ ਨਹੀਂ ਹੋਏਗੀ। ਨਹੀਂ, ਇਹਦਾ ਭਾਵ ਇਹ ਹੈ ਕਿ ਜਦੋਂ ਸਿੱਖ ਦੇ ਜੀਵਨ ਅੰਦਰ ਬਾਣੀ ਪ੍ਰਵੇਸ਼ ਕਰਦੀ ਹੈ, ਬਾਣੀ ਟਿਕਦੀ ਹੈ, ਤੇ ਜੇ ਉਹਦੇ ਅੰਦਰ ਟਿਕੀ ਹੈ ਤੇ ਉਹਦੇ ਲੱਛਣ ਬਾਹਰ ਨਿਕਲ ਕੇ ਆਉਣਗੇ। ਐਸਾ ਨਹੀਂ ਕਿ ਹਵਾ ਵਾਂਗੂ ਹੈ ਤੇ ਦਿਖਾਈ ਨਹੀਂ ਦਿੰਦੀ, ਜਿਹਨੂੰ ਆਪਾਂ ਅੱਜ ਦੀ ਭਾਸ਼ਾ 'ਚ ਕਹਿ ਲੈਂਦੇ। ਸਾਡੇ ਬੰਦੇ ਕਹਿੰਦੇ ਆ ਲੈ ਦਿਲ ਹੀ ਸਾਫ਼ ਹੋਣਾ ਚਾਹੀਦਾ, ਖੰਡੇ ਬਾਟੇ ਦੀ ਪੋਲ 'ਚ ਕੀ ਰੱਖਿਆ। ਇਹ ਦਲੀਲ ਇੱਕ ਬੜੀ ਵੱਡੀ ਹੈ। ਲੈ ਦਿਲ ਸਾਫ਼ ਹੋਣਾ ਚਾਹੀਦਾ, ਬਾਣੀ ਪੜ੍ਹ ਕੇ ਕੀ ਲੈਣਾ। ਮਤਲਬ ਇਹ ਦਲੀਲ ਅੱਜ ਦਿੱਤੀ ਜਾਂਦੀ ਹੈ, ਬਹੁਤ ਲੋਕ ਦੇ ਰਹੇ, ਭਰਮਾਰ ਹੈ ਇਸ ਦਲੀਲ। ਗੁਰਦੇਵ ਕਹਿੰਦੇ ਜਿਹੜੀ ਚੀਜ਼ ਅੰਦਰ ਹੈ, ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਜੇ ਬਾਣੀ ਤੁਹਾਡੇ ਅੰਦਰ ਹੈ ਤੇ ਇਹਦਾ ਮਤਲਬ ਉਹ ਅੰਦਰ ਨਹੀਂ ਰਹੇਗੀ, ਉਹਦਾ ਅਸਰ ਬਾਹਰ ਪ੍ਰਗਟ ਜ਼ਰੂਰ ਹੋਏਗਾ। ਤੁਹਾਡੇ ਕਰਮਾਂ ਰਾਹੀਂ ਉਹ ਜ਼ੋਰ ਕਰਕੇ ਬਾਹਰ ਆ ਜਾਏਗੀ, ਬਾਹਰ ਪ੍ਰਗਟ ਹੋ ਜਾਏਗੀ। ਕਰਮ ਖੰਡ ਕੀ ਬਾਣੀ ਜ਼ੋਰ, ਉਹ ਤੁਹਾਡੇ ਜ਼ੋਰ, ਤੁਹਾਡੇ ਕਰਮਾਂ ਰਾਹੀਂ ਬਾਹਰ ਜ਼ਰੂਰ ਪ੍ਰਗਟ ਹੋਏਗੀ। ਤੇ ਜੇ ਅੰਦਰ ਨਹੀਂ, ਧੱਕੇ ਨਾਲ ਤੁਹਾਡੇ ਕੋਲ ਧੱਕੇ ਨਾਲ ਜਿੰਨਾ ਮਰਜ਼ੀ ਤੁਹਾਡਾ ਧਿਆਨ ਮੂਰਤੀ ਤੋਂ, ਕੋਈ ਤੁਹਾਡੇ ਘਰ ਚੋਂ ਮੂਰਤੀ ਬਾਹਰ ਵੀ ਚੁੱਕ ਕੇ ਸੁੱਟਦਾ ਹੈ, ਪਰ ਦਿਲ ਚੋਂ ਤਾਂ ਨਹੀਂ ਨਾ ਨਿਕਲੀ। ਉਹ ਤੇ ਉੱਥੇ ਦੀ ਉੱਥੇ ਬੈਠੀ ਹੈ, ਮੂਰਤੀ ਤਸਵੀਰ ਸੁੱਟ ਦਿੱਤੀ ਹੈ। ਤੁਸੀਂ ਕਿਸੇ ਬੁੱਤ ਨੂੰ ਮੰਨਣ ਵਾਲਾ ਕਿਸੇ ਹੋਰ ਨੂੰ ਤਸਵੀਰ ਮੰਨ ਲਏਗਾ, ਉਹਦਾ ਜ਼ੋਰ ਤੇ ਤੁਹਾਡੇ ਅੰਦਰ ਟਿਕਿਆ ਹੋਇਆ ਨਾ। ਕਿਸੇ ਦਾ ਜ਼ੋਰ ਚੱਲਿਆ, ਉਹਨੇ ਫੜ ਕੇ ਤੁਹਾਡੇ ਘਰੋਂ ਮੂਰਤੀ ਬਾਹਰ ਸੁੱਟ ਦਿੱਤੀ ਹੈ, ਪਰ ਉਹਦਾ ਜ਼ੋਰ ਤੁਹਾਡੇ ਅੰਦਰ ਤਾਂ ਨਹੀਂ ਚੱਲਿਆ। ਬਾਣੀ ਆਹੀ ਨੁਕਤਾ ਸਮਝਾਉਂਦੀ ਹੈ। ਕਹਿੰਦੇ ਜਿਹਦੇ ਅੰਦਰ ਬਾਣੀ ਹੈ, ਜਿਹਦੇ ਇਹ ਅੰਦਰ ਪ੍ਰਵੇਸ਼ ਕਰ ਗਈ, ਉਹ ਹਵਾ ਵਰਗਾ ਨਹੀਂ ਕਿ ਉਹ ਦਿਖਾਈ ਨਹੀਂ ਦੇਗਾ, ਉਹਦਾ ਅਸਰ ਬਾਹਰ ਦਿਖਾਈ ਦੇਗਾ। ਇਹ ਨਿਸ਼ਾਨੀ ਬਾਣੀ ਦੀ ਹੈ। ਤੇ ਅਸੀਂ ਇਤਿਹਾਸ 'ਚੋਂ ਵੇਖਿਆ
ਭਗਤ ਬੇਣੀ ਜੀ ਇਹ ਗੱਲ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਹਿ ਗਏ। ਇਹ ਬਾਣੀ ਦੀਆਂ ਉਹ ਬਾ ਕਮਾਲ ਸਬੂਤ ਨੇ ਤੇ ਅਸੀਂ ਵੇਖਿਆ ਹੈ, ਇਤਿਹਾਸ ਚੋਂ ਵੇਖਿਆ। ਜੇ ਗੁਰੂ ਨੇ ਕਿਹਾ ਨਾ, ਜੇ ਭੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਣੀ। ਜੇ ਗੁਰੂ ਨੇ ਆਖਿਆ ਕਿ ਭੁੱਖ 'ਚ ਤੇ ਦੁੱਖ 'ਚ ਤੇ ਸੁੱਖ 'ਚ ਤੂੰ ਮੇਰਾ ਪੱਲਾ ਨਹੀਂ ਛੱਡਣਾ, ਅਸੀਂ ਆਪਣੇ ਬਜ਼ੁਰਗਾਂ ਦਾ ਜੀਵਨ ਪੜ੍ਹਿਆ ਹੈ, ਉਹਨਾਂ ਨੇ ਹਰ ਵਕਤ ਇਸ ਚੀਜ਼ ਨੂੰ ਕਮਾਇਆ ਹੈ। ਕਿੰਨੀ ਵਾਰੀ ਮੈਂ ਉਸ ਸਮੇਂ ਦਾ ਜ਼ਿਕਰ ਤੁਹਾਡੇ ਨਾਲ ਕੀਤਾ ਹੈ ਕਿ ਉਹਨਾਂ ਨੇ ਉਹ ਪੱਲਾ ਛੱਡਿਆ ਨਹੀਂ ਛੱਡਿਆ। ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ। ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਤਨ ਮਨ ਕਾਟ ਕਾਟ ਸਰ ਅਰਪੀ। ਇਸ ਗੱਲ ਤੋਂ ਕਿਤੇ ਘੱਟ ਰਹਿ ਗਏ ਸਾਡੇ ਬਜ਼ੁਰਗ? ਕਿੰਨੇ ਉਹਨਾਂ ਮਹਾਨ ਬਜ਼ੁਰਗਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਆਪਣਾ ਤਨ ਸਿੱਖੀ ਦੀ ਕਰ ਕੱਟ ਕੇ ਗੁਰੂ ਦੇ ਚਰਨਾਂ ਚਰਪਣ ਕਰ ਦਿੱਤਾ। ਸੋ ਜਿਹੜੀ ਗੱਲ ਮੈਂ ਕਹਿ ਰਿਹਾ, ਸਾਂਝੀ ਕਰ ਰਿਹਾ, ਬਾਬਾ ਜੀ ਇਹ ਗੱਲ ਪਹਿਲਾਂ ਕਹਿ ਗਏ, ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਵੀ ਪਹਿਲਾਂ। ਜਿਹਦੇ ਅੰਦਰ ਇਹ ਬਾਣੀ ਅਸਰ ਕਰ ਗਈ, ਅੰਦਰ ਨਹੀਂ ਰਹੇਗੀ, ਇਹ ਬਾਹਰ ਵੀ ਪ੍ਰਗਟ ਹੋਏਗੀ। ਤੇ ਸਾਡੇ ਬਜ਼ੁਰਗਾਂ ਨੇ ਪ੍ਰਗਟ ਕਰਕੇ ਵਿਖਾਈ, ਉਹਨਾਂ ਨੇ ਪ੍ਰਗਟ ਕਰਕੇ ਵਿਖਾਇਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ। ਦੁੱਖ ਆਏ ਪਰ ਉਹਨਾਂ ਨੇ ਦੁੱਖ ਮੰਨਿਆ ਨਹੀਂ, ਪਰਵਾਹ ਨਹੀਂ ਕੀਤੀ। ਕਿੱਡਾ ਵੱਡਾ ਦੁੱਖ ਹੋਏਗਾ, ਅਹਿਸਾਸ ਮਹਿਸੂਸ ਕਰਕੇ ਵੇਖੀਏ। ਸ਼ਾਇਦ ਅਸੀਂ ਉਹਨੂੰ ਉਸ ਦੁੱਖ ਦੇ ਨੇੜੇ ਕੀ ਜਾਣਾ, ਅਸੀਂ ਮਹਿਸੂਸ ਵੀ ਨਹੀਂ ਕਰ ਸਕਦੇ ਕਿ ਇੱਕ ਮਾਂ ਜਿਹਨੂੰ ਕਈ ਦਿਨ ਭੁੱਖਾ ਪਿਆਸਾ ਤੇ ਬੱਚੇ ਤੋਂ ਦੂਰ ਰੱਖਿਆ ਗਿਆ, ਉਹ ਆਪ ਵੀ ਢਿੱਡੋਂ ਭੁੱਖੀ ਹੈ, ਉਹਦਾ ਬੱਚਾ ਵੀ ਢਿੱਡੋਂ ਭੁੱਖਾ ਹੈ। ਫਿਰ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਬੱਚੇ ਨੂੰ ਉਹਦੇ ਕੋਲੋਂ ਖੋਹ ਕੇ ਜੋ ਵਿਲਕ ਰਿਹਾ, ਰੋ ਰਿਹਾ, ਜਿਹਨੂੰ ਇਹ ਨਹੀਂ ਪਤਾ ਸਿੱਖੀ ਕੀ ਹੈ ਕੀ ਨਹੀਂ, ਜਿਹਦਾ ਮਕਸਦ ਕੇਵਲ ਦੁੱਧ ਦੇ ਨਾਲ ਹੈ ਕਿ ਮਾਂ ਦਾ ਦੁੱਧ ਮਿਲ ਜਾਏ ਤੇ ਮੈਂ ਸੋ ਜਾਵਾਂ। ਉਹਨੂੰ ਨਹੀਂ ਪਤਾ ਜੇ ਸਿੱਖੀ ਕੀ ਹੈ, ਮੇਰੀ ਮਾਂ ਕੀ ਕਮਾ ਰਹੀ, ਉਹਨੂੰ ਇਸ ਗੱਲ ਦਾ ਨਹੀਂ ਪਤਾ। ਪਰ ਉਹ ਜਦੋਂ ਮਾਂ ਕੋਲ ਖੋ ਕੇ ਹਵਾ 'ਚ ਉਛਾਲਿਆ ਜਾਂਦਾ ਹੈ, ਨੇਜੇ ਥੱਲੇ ਕੀਤਾ ਜਾਂਦਾ ਹੈ, ਫਿਰ ਉਹਦੀਆਂ ਬੋਟੀਆਂ ਕੀਤੀਆਂ ਜਾਂਦੀਆਂ, ਫਿਰ ਉਹਦੇ ਹਾਰ ਪਰੋਏ ਜਾਂਦੇ ਨੇ, ਗਲਾਂ 'ਚ ਪਾਏ ਜਾਂਦੇ ਨੇ। ਮਹਿਸੂਸ ਕਰਕੇ ਵੇਖੋ ਉਹ ਸਾਰਾ ਕੁਝ ਕਿਹਦੇ ਲਈ ਸੀ। ਜੇ ਉਹ ਚਾਹੁੰਦੀਆਂ ਤੇ ਗੱਲ ਤੇ ਇੰਨੀ ਕੀ ਕਹਿਣੀ ਸੀ ਨਾ ਕਿ ਜੋ ਤੁਸੀਂ ਕਹਿੰਦੇ ਹੋ ਸਾਨੂੰ ਪ੍ਰਵਾਨ ਹੈ, ਘਰ ਨੂੰ ਜਾ ਸਕਦੀਆਂ ਸਨ, ਕੋਈ ਉਹਨਾਂ ਦੇ ਸਿਰ ਤੇ ਤਲਵਾਰ ਨਹੀਂ ਸੀ ਧਰੀ। ਐਸੀ ਕਿਹੜੀ ਚੀਜ਼ ਸੀ ਜਿਹੜੀ ਇਹ ਗੱਲ ਨਾ ਕਹਿਣ ਲਈ ਉਹਨਾਂ ਨੂੰ ਪ੍ਰੇਰਿਤ ਕਰ ਰਹੀ ਸੀ, ਅੰਦਰ ਜ਼ੋਰ ਕਰ ਰਹੀ ਸੀ? ਕਰਮ ਖੰਡ ਕੀ ਬਾਣੀ ਜ਼ੋਰ, ਕਿਹੜੀ ਚੀਜ਼ ਅੰਦਰ ਜ਼ੋਰ ਦੇ ਰਹੀ ਸੀ? ਨਹੀਂ, ਮਹਿਸੂਸ ਤਾਂ ਕਰਕੇ ਵੇਖੀਏ, ਅਸੀਂ ਇਹਨੂੰ ਸਮਝੀਏ ਵੀ ਐਸੀ ਕਿਹੜੀ ਚੀਜ਼ ਸੀ ਉਹਨਾਂ ਦੇ ਅੰਦਰ ਕਿ ਇੱਕ ਮਾਂ, ਇਹ ਪਲ ਸਭ ਤੋਂ ਔਖਾ ਹੈ। ਮਾਂ ਦੇ ਕੋਲੋਂ ਤੇ ਵੈਸੇ ਬੱਚਾ ਦੂਰ ਹੋ ਜਾਏ, ਮਾਂ ਦੀਆਂ ਡਾਡਾਂ ਨਿਕਲ ਜਾਂਦੀਆਂ ਨੇ। ਬਾਣੀ 'ਚ ਇਸ ਗੱਲ ਦਾ ਜ਼ਿਕਰ ਹੈ, ਅੰਤਰ ਬਾਹਰ ਕਾਜ ਬਰੂਦੀ ਚੀਤ ਸੋ ਬਾਰਕ ਰਾਖੀ ਵਾਲੇ। ਕਹਿੰਦੇ ਅੰਦਰ ਬਾਹਰ ਕੰਮ ਲੱਗੀ ਹੋਈ ਹੈ, ਪਰ ਉਹਦਾ ਚਿੱਤ ਫਿਰ ਵੀ ਬੱਚੇ 'ਚ ਹੈ। ਕਿਤੇ ਬੱਚੇ ਨੇ ਕੁਝ ਕਰਤਾ ਨਹੀਂ ਦਿੱਤਾ, ਕੋਈ ਚੀਜ਼ ਫੜ ਤਾਂ ਲੈ ਲਈ, ਪਰ ਉੱਥੇ ਤੇ ਬੱਚੇ ਨੂੰ ਅੱਖਾਂ ਦੇ ਸਾਹਮਣੇ ਕੋਇਆ ਗਿਆ, ਪਰ ਫਿਰ ਵੀ ਉਹ ਐਸੀ ਕਿਹੜੀ ਚੀਜ਼ ਹੈ ਜਿਹੜੀ ਉਹਨੂੰ ਬੱਚੇ ਤੋਂ ਵੀ ਵੱਧ ਪਿਆਰੀ ਲੱਗ ਰਹੀ ਹੈ? ਜਿਹੜੀ ਉਹਦੇ ਬੱਚੇ ਤੋਂ ਵੀ ਵੱਧ ਪਿਆਰੀ ਹੈ, ਉਹ ਕੀ ਹੈ? ਉਹ ਹੈ ਬਾਣੀ। ਜਿਹਨੂੰ ਜਿਹਦੀ ਕੀਮਤ ਉਹਦੀ ਨਿਗਾਹ ਦੇ ਵਿੱਚ ਬੱਚੇ ਤੋਂ ਵੀ ਵੱਧ ਹੈ। ਅਸੀਂ ਇਸ ਗੱਲ ਨੂੰ ਸਮਝੀਏ। ਅਸੀਂ ਇਸ ਚੀਜ਼ ਨੂੰ ਅੱਜ ਪੈਸੇ ਨਾਲ ਤੋਲ ਰਹੇ ਹਾਂ, ਅਸੀਂ ਇਸ ਚੀਜ਼ ਨੂੰ ਅੱਜ ਪੈਸੇ ਨਾਲ ਮਾਪ ਰਹੇ ਹਾਂ, ਅਸੀਂ ਇਸ ਬਾਣੀ ਨੂੰ ਅੱਜ ਪੈਸੇ ਨਾਲ ਤੋਲ ਰਹੇ ਹਾਂ, ਮਾਪ ਰਹੇ ਹਾਂ। ਨਹੀਂ, ਅਸੀਂ ਆਪਣੇ ਬਜ਼ੁਰਗਾਂ ਦੇ ਜੀਵਨ ਨੂੰ ਪੜ੍ਹ ਕੇ ਵੇਖੀਏ। ਜੇ ਉਹ ਚਾਹੁੰਦੇ ਤੇ ਚੰਦ ਗੱਲਾਂ ਕਹਿ ਕੇ ਆਪਣੀ ਜ਼ਿੰਦਗੀ ਨੂੰ ਇੰਨਾ ਕੁ ਸੁਖਾਲਾ ਕਰ ਸਕਦੇ ਸਨ ਕਿ ਉਹਨਾਂ ਦੀਆਂ ਕਈ ਪੀੜ੍ਹੀਆਂ ਨਜ਼ਾਰੇ ਲੈ ਸਕਦੀਆਂ ਸਨ, ਪਰ ਬਾਣੀ ਨੇ ਉਹਨਾਂ ਨੂੰ ਉਸ ਪਾਸੇ ਜਾਣ ਨਹੀਂ ਦਿੱਤਾ। ਜਿਹੜੀ ਗੱਲ ਮੈਂ ਸਾਂਝੀ ਕਰ ਰਿਹਾ ਸਾਂ, ਭਗਤ ਬੇਣੀ ਜੀ ਕਹਿੰਦੇ ਜਿਹਦੇ ਅੰਦਰ ਬਾਣੀ ਹੈ, ਤਹਿ ਬਾਜੈ ਸ਼ਬਦ ਅਨਾਹਦ ਬਾਣੀ, ਤਹਿ ਚੰਦ ਨਾ ਸੂਰਜ। ਉੱਥੇ ਨਾ ਸੂਰਜ ਹੈ ਨਾ ਚੰਦਰਮਾ ਹੈ, ਭਾਵ ਜਿਹਦੇ ਅੰਦਰ ਬਾਣੀ ਹੈ ਉਹ ਸੂਰਜ ਵਾਂਗੂ ਤਪਦਾ ਨਹੀਂ, ਹੋਛਾ ਨਹੀਂ ਹੁੰਦਾ, ਤੇ ਚੰਦਰਮੇ ਵਾਂਗੂ ਠੰਡਾ ਨਹੀਂ ਪੈਂਦਾ ਕਿ ਇਹ ਨਹੀਂ ਕਹਿੰਦਾ ਕਿ ਮੇਰੇ ਕੋਲ ਤੇ ਕੱਖ ਹੋਣਾ ਨਹੀਂ, ਤੇ ਇਹ ਵੀ ਲਲਕਾਰੇ ਨਹੀਂ ਮਾਰਦਾ ਕਿ ਮੈਂ ਹੀ ਸਾਰਾ ਕੁਝ ਕਰਾਂਗਾ। ਉਹ ਦੋਵਾਂ ਚੀਜ਼ਾਂ 'ਚ ਨਹੀਂ ਹੈ। ਨਾ ਉਹ ਇਹ ਦਾਵਾ ਕਰਦਾ ਕਿ ਮੈਂ ਸਾਰਾ ਕੁਝ ਕਰਕੇ ਵਿਖਾਵਾਂਗਾ, ਤੇ ਨਾ ਉਹ ਇਹ ਕਹਿੰਦਾ ਹੈ ਸੂਰਜ ਵਾਂਗ ਚੰਦਰਮੇ ਵਾਂਗੂ ਠੰਡਾ ਪੈ ਜਾਂਦਾ ਕਿ ਮੇਰੇ ਕੋਲ ਕੱਖ ਹੋਣਾ ਨਹੀਂ। ਉਹ ਵਿਚਕਾਰਲੀ ਅਵਸਥਾ 'ਚ ਰਹਿੰਦਾ ਹੈ, ਜਿਹਨੂੰ ਗੁਰਦੇਵ ਪਵਿੱਤਰ ਬਾਣੀ 'ਚ ਕਹਿੰਦੇ ਨੇ, ਜਿਹਨੂੰ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਬੋਲ ਉਹ ਪੜ੍ਹਦੇ ਹਾਂ ਕਿ ਹੇ ਸੱਚੇ ਪਾਤਸ਼ਾਹ, ਜੋ ਕੁਝ ਮੈਂ ਕਰ ਰਿਹਾ ਤੇਰੇ ਹੁਕਮ 'ਚ ਕਰ ਰਿਹਾ, ਤੇਰੀ
ਰਜ਼ਾ ਦੇ ਵਿੱਚ ਕਰ ਰਿਹਾ, ਜਿਹੜੇ ਉਹਨਾਂ ਨੇ ਤੱਤੀ ਤਵੀ ਤੇ ਬਹਿ ਕੇ ਕਹੇ ਸਨ। ਸਿੱਖ ਨੇ ਉਸ ਅਵਸਥਾ 'ਚ ਜੀਣਾ, ਸੋ ਬਾਣੀ ਉਸ ਅਵਸਥਾ 'ਚ ਲੈ ਜਾਂਦੀ। ਅੱਗੇ ਜ਼ਿਕਰ ਕੀਤਾ ਪੌਣ ਨਾ ਪਾਣੀ। ਹੁਣ ਪਾਣੀ ਦਾ ਮਤਲਬ ਕੀ ਹੈ? ਪਾਣੀ ਦਾ ਇੱਕ ਸੁਭਾਅ ਭਾਈ ਗੁਰਦਾਸ ਜੀ ਨੇ ਦੱਸਿਆ, ਇਹ ਉਹਦਾ ਅਵਗਣ ਹੈ ਕਿ ਉਹਦੇ 'ਚ ਜਿਹੜਾ ਵੀ ਰੰਗ ਮਿਲਾਓ ਉਸੇ ਰੰਗ ਦਾ ਹੋ ਜਾਂਦਾ ਹੈ। ਜੇ ਹਰਾ ਪਾ ਦੋ ਹਰਾ ਹੋ ਜਾਏਗਾ, ਨੀਲਾ ਪਾ ਦੋ ਨੀਲਾ ਹੋ ਜਾਏਗਾ, ਕਾਲਾ ਪਾ ਦੋ ਕਾਲਾ ਹੋ ਜਾਏਗਾ। ਕਹਿੰਦੇ ਜਿਹਦੇ ਅੰਦਰ ਬਾਣੀ ਅਸਰ ਕਰ ਜਾਂਦੀ ਹੈ ਨਾ, ਉਹ ਫਿਰ ਪਾਣੀ ਦੇ ਇਸ ਅਵਗਣ ਵਰਗਾ ਨਹੀਂ, ਜਿਹਨੂੰ ਆਪਾਂ ਕਹਿੰਦੇ ਗੰਗਾ ਗਏ ਤੇ ਗੰਗਾ ਰਾਮ, ਯਮਨਾ ਗਏ ਤੇ ਯਮਨਾ ਦਾਸ। ਐਸਾ ਨਹੀਂ, ਉਹ ਸਮਝੌਤਾਵਾਦੀ ਨਹੀਂ ਹੈ। ਇਹਨੂੰ ਕਹਿੰਦੇ ਨੇ ਪਾਣੀ ਨਹੀਂ ਹੈ। ਜਿੱਥੇ ਬਾਣੀ ਹੈ ਉੱਥੇ ਪਾਣੀ ਨਹੀਂ। ਪਾਣੀ ਦਾ ਖਾਸ ਸੁਭਾਅ ਹੈ। ਸੁਭਾਅ ਕੀ ਹੈ? ਉਹ ਇਹ ਹੈ ਕਿ ਉਹ ਹਰ ਇੱਕ ਰੰਗ ਨੂੰ ਜਿਵੇਂ ਦਾ ਰੰਗ ਪਾਓ ਉਵੇਂ ਦਾ ਕਬੂਲ ਹੋ ਜਾਂਦਾ ਹੈ। ਪਰ ਗੁਰਦੇਵ ਕਹਿੰਦੇ ਬਾਣੀ ਜਿਹਦੇ ਅੰਦਰ ਵੜ ਗਈ ਉਹ ਐਸਾ ਨਹੀਂ ਬਣੇਗਾ ਕਿ ਉਹ ਪਾਣੀ ਵਰਗਾ ਹੋ ਜਾਏਗਾ, ਉੱਥੇ ਪਾਣੀ ਨਹੀਂ। ਸੋ ਇਹ ਚਾਰ ਚੀਜ਼ਾਂ ਦਾ ਜ਼ਿਕਰ ਕੀਤਾ, ਚੰਦ ਨਾ ਸੂਰਜ, ਪੌਣ ਨਾ ਪਾਣੀ। ਇਹ ਅਵਗਣ ਸਿੱਖ ਦੇ ਵਿੱਚ ਨਹੀਂ। ਅਖੀਰ ਤੇ ਮੈਂ ਬੇਨਤੀ ਕਰਾਂਗਾ, ਗੁਰੂ ਸਾਹਿਬ ਕਹਿੰਦੇ ਬਾਣੀ ਮੈਨੂੰ ਕਿੰਨੀ ਕੁ ਪਿਆਰੀ ਹੈ। ਸਾਡੇ ਘਰ ਦੀ ਇੱਕ ਉਦਾਹਰਨ ਗੁਰੂ ਸਾਹਿਬ ਨੇ ਦਿੱਤੀ ਹੈ। ਕਹਿਣ ਲੱਗੇ ਜੋ ਪੁਰਖ ਹੈ ਘਰ ਭਗਤੀ ਨਾਰ ਹੈ। ਜਿਵੇਂ ਕਿਸੇ ਘਰ ਵਾਲੇ ਦੇ ਘਰੇ ਕੋਈ ਚੰਗੀ ਜਨਾਨੀ ਹੋਵੇ, ਜੋ ਪੁਰਖ ਹੈ ਘਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ। ਤੇ ਜਿਹਦੇ ਅੰਦਰ ਆਪਣੇ ਪਤੀ ਦੇ ਪ੍ਰਥਾਏ ਇੱਕ ਲੋਚਾ ਹੈ, ਇੱਕ ਪਿਆਰ ਹੈ, ਇੱਕ ਭਗਤੀ ਭਾਵਨਾ ਹੈ। ਕਹਿੰਦੇ ਬਹੁ ਰਸ ਸਾਲਣੇ ਸਵਾਰ ਦੀ, ਖੱਟ ਰਸ ਮਿੱਠੇ ਪਾਏ। ਉਹ ਆਪਣੇ ਪਰਿਵਾਰ ਵਾਸਤੇ, ਆਪਣੇ ਬੱਚਿਆਂ ਵਾਸਤੇ, ਆਪਣੇ ਘਰ ਵਾਲੇ ਵਾਸਤੇ ਖੱਟੇ ਤੇ ਮਿੱਠੇ ਭਾਵ ਦੋ ਰਸਾਂ ਦੇ ਨਾਲ ਅਨੇਕ ਤਰ੍ਹਾਂ ਦੇ ਰਸਾਂ ਵਾਲਾ ਭੋਜਨ ਬਣਾਉਂਦੀ ਹੈ ਬੜੇ ਪਿਆਰ ਨਾਲ। ਕਹਿੰਦੇ ਜਿਵੇਂ ਇੱਕ ਸਵਾਣੀ ਘਰ ਵਾਲੀ ਇਹ ਕੰਮ ਕਰਦੀ ਹੈ, ਜਿਵੇਂ ਉਹ ਪਿਆਰ ਭਾਵਨਾ ਨਾਲ ਇਹ ਚੀਜ਼ਾਂ ਬਣਾਉਂਦੀ ਹੈ, ਕਹਿੰਦੇ ਇਹੋ ਜੀ ਭਾਵਨਾ ਮੇਰੀ ਬਾਣੀ ਦੇ ਪ੍ਰਥਾਏ। ਜਿਵੇਂ ਦੀ ਇੱਕ ਸਵਾਣੀ ਦੀ ਭਾਵਨਾ ਆਪਣੇ ਬੱਚਿਆਂ ਤੇ ਘਰ ਵਾਲਿਆਂ ਦੇ ਪ੍ਰਥਾਏ ਹੈ, ਭੋਜਨ ਪਾਉਣ ਪ੍ਰਥਾਏ। ਜਿਉ ਪੁਰਖ ਹੈ ਕਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ। ਬਹੁ ਰਸ ਸਾਲਣੇ ਸਵਾਰ ਦੀ, ਖੱਟ ਰਸ ਮਿੱਠੇ ਪਾਏ। ਤਿਉ ਬਾਣੀ ਭਗਤ ਸਲਾਹ ਦੇ। ਭਗਤ ਦਾ ਮਤਲਬ ਹੈ ਸਿੱਖ। ਕਹਿੰਦੇ ਐਵੇਂ ਸਿੱਖ ਉਸ ਭਾਵਨਾ ਦੇ ਨਾਲ ਬਾਣੀ ਦੀ ਸਲਾਹਨਾ ਕਰਦਾ ਹੈ, ਜਿਹੜੀ ਸਲਾਹਨਾ ਦੇ ਨਾਲ ਇੱਕ ਘਰ ਵਾਲੀ ਆਪਣੇ ਘਰ ਦੇ ਬੱਚਿਆਂ ਤੇ ਘਰ ਵਾਲਿਆਂ ਵਾਸਤੇ ਪ੍ਰਸ਼ਾਦੇ ਤਿਆਰ ਕਰਦੀ। ਕਦੀ ਵੇਖਿਆ ਕਿਸੇ ਘਰ ਦੇ ਵਿੱਚ ਕਿ ਘਰ ਵਾਲੀ ਨੇ ਪ੍ਰਸ਼ਾਦੇ ਬਣਾਉਣ ਦੀ ਕਦੀ ਫੀਸ ਮੰਗੀ ਹੋਵੇ? ਨਹੀਂ। ਉਹ ਇੱਕ ਨੇਕ ਭਾਵਨਾ ਚੋਂ, ਇੱਕ ਪਵਿੱਤਰ ਭਾਵਨਾ ਚੋਂ ਇਹ ਸਾਰੇ ਕੰਮ ਕਰਦੀ ਹੈ। ਤੇ ਗੁਰਦੇਵ ਕਹਿੰਦੇ ਇਵੇਂ ਸਿੱਖ ਜਿਹੜਾ ਇੱਕ ਪਵਿੱਤਰ ਭਾਵਨਾ ਵਿੱਚੋਂ ਇਸ ਪਵਿੱਤਰ ਬਾਣੀ ਨੂੰ ਸਮਝਦਾ ਹੈ, ਪੜ੍ਹਦਾ ਹੈ। ਸੋ ਕੱਲ ਦੇ ਦੀਵਾਨ ਵਿੱਚ ਇਸ ਤੋਂ ਅਗਲੀ ਗੱਲ ਮੈਂ ਸਾਂਝੀ ਕਰਾਂਗਾ। ਅੱਜ ਕੇਵਲ ਮੈਂ ਇਹ ਸੰਖੇਪ ਜੀ ਚਾਤ ਬਾਣੀ ਲਫ਼ਜ਼ ਬਾਰੇ ਆਏ ਹੋਏ ਕੁਝ ਦ੍ਰਿਸ਼ਟਾਂਤ ਤੇ ਕੁਝ ਭਾਵ ਤੁਹਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਅਸੀਂ ਵਿਚਾਰਾਂਗੇ ਕਿ ਇਹ ਜੋ ਬਾਣੀ ਲਿਖੀ ਗਈ ਇਹਨੂੰ ਕਿਵੇਂ ਇਕੱਠਾ ਕੀਤਾ ਗਿਆ, ਤੇ ਪਰਸੋਂ ਨੂੰ ਫਿਰ ਅਸੀਂ ਇਹ ਵਿਚਾਰਾਂਗੇ ਕਿ ਜੋ ਬਾਣੀ ਇਕੱਠੀ ਕੀਤੀ ਗਈ ਫਿਰ ਉਹਦੀ ਸੰਪਾਦਨਾ ਦੀ ਲੋੜ ਕਿਉਂ ਪਈ, ਉਹਨੂੰ ਕਾਹਤੋਂ ਗ੍ਰੰਥ ਦਾ ਰੂਪ ਦਿੱਤਾ ਗਿਆ। ਇਹ ਦੋ ਵਿਸ਼ੇ ਜਿਹੜੇ ਨੇ ਹੋਰ ਸਾਂਝੇ ਕਰਕੇ ਪਰਸੋਂ ਨੂੰ ਅਸੀਂ ਸਮਾਪਤੀ ਕਰਾਂਗੇ। ਆਪ ਸਾਰਿਆਂ ਦਾ ਧੰਨਵਾਦ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਸਮਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋਂ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ।
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ, ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ। ਕਾਰ ਸ਼ਾਂਤ ਸੁਖ ਮਨ ਵਸਿਆ, ਜਿਨ ਇੱਛਾ ਸਭ 부ਝਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਤੁਰ ਕਰਮ ਪਾਇਆ ਤੂ ਜਿਨ ਕੋ ਸੇ, ਨਾਮ ਹਰਿ ਕੈ ਲਾਗੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੈ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੇ ਬਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਾ ਭਰਪੂਰੈ। ਮੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੋਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ